ਜਦੋਂ ਜਵਾਨ ਹੋਈ ਕਣਕ ਦੇ ਉੱਤੇ ਇਦਾਂ ਦੀ ਕੋਈ ਵਿਪਤਾ ਪੈ ਜੇ, ਉਹ ਆਪਣੀਆਂ ਅੱਖਾਂ ਦੇ ਨਾਲ ਦਿਨ ਦਿਨ ਵੱਡੀ ਹੁੰਦੀ ਫਸਲ ਨੂੰ ਮਰਿਆ ਹੋਇਆ ਦੇਖਣਾ ਪੈ ਜੇ ਤਾਂ ਯਕੀਨ ਮੰਨਿਓ ਆਪਣੀ ਔਲਾਦ ਦੇ ਵੱਡਾ ਦੁੱਖ ਹੁੰਦਾ। ਔਲਾਦ ਜਿੰਨਾ ਦੁੱਖ ਹੁੰਦਾ ਫਸਲ ਦਾ ਡਿੱਗ ਜਾਣਾ। ਵਢਾਈ ਵਾਲਾ ਵੀ ਹੁਣ 2500 ਤੋਂ ਘੱਟ ਨਹੀਂ ਵੱਢਣੀ ਉਹਨੇ। ਉਹਨੇ ਆਖਣਾ ਜਿਹੜੀ 1500 ਲੈਣਾ 2500 ਲਾਉਂਗਾ। ਡੰਗਰਾਂ ਦੇ ਖਾਣ ਯੋਗ ਤੂੜੀ ਵੀ ਨਹੀਂ ਬਣਨੀ ਕਿਉਂਕਿ ਡੰਗਰ ਵੀ ਬਿਮਾਰ ਹੋਣ ਦਾ ਚਾਂਸ ਆ। ਮੌਜੂਦਾ ਹੁਣ ਸਥਿਤੀ ਕੀ ਹੈ? ਜ਼ਮੀਨ ਤੇ ਪ੍ਰਬੰਧਕੀ ਅਧਿਕਾਰੀ ਉਤਰੇ, ਡਿਪਟੀ ਕਮਿਸ਼ਨਰ ਆਏ, ਗਿਰਦਾਵਰੀਆਂ ਸ਼ੁਰੂ ਹੋਈਆਂ। ਡਿਪਟੀ ਕਮਿਸ਼ਨਰ ਦੀ ਕੀਤੀ ਜਾਵੇ ਜ਼ਿਲ੍ਹਾ ਫਾਜ਼ਿਲਕਾ ਦੇ ਜਾਂ ਉਹਨਾਂ ਵੱਲੋਂ ਕਿਹਾ ਗਿਆ ਹੈਗਾ ਕਿ ਅੱਜ ਸਾਡੇ ਜਿਹੜੇ ਹੈਗੇ ਪਟਵਾਰੀ ਹੈਗੇ, ਹੋਰ ਮਹਿਕਮੇ ਦੇ ਜਿਹੜੇ ਅਧਿਕਾਰੀ ਆ, ਉਹ ਜਿਹੜੇ ਖੇਤਾਂ 'ਚ ਉਤਰੇ ਹੈਗੇ, ਤਰੀਕ ਤੱਕ ਉਹਨਾਂ ਤੱਕ ਜਿਹੜਾ ਪੂਰਾ ਨੁਕਸਾਨ ਜਿਹੜਾ ਹੈਗਾ ਉਹਨਾਂ ਦੀ ਰਿਪੋਰਟ ਜਾਵੇਗੀ। ਗਰਦੌਰੀਆਂ ਕੀਤੀਆਂ ਜਾਣ, ਲੇਕਿਨ ਗਰਦੌਰੀਆਂ ਹਜੇ ਕਈ ਥਾਵਾਂ ਦੇ ਉੱਤੇ ਸ਼ੁਰੂ ਨਹੀਂ ਹੋਈਆਂ ਕਿਉਂਕਿ ਜਿੰਨਾ ਚਿਰ ਗਰਦੌਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਉਹਨਾਂ ਨੂੰ ਪੈਸੇ ਨਹੀਂ ਮਿਲਦੇ। ਬੇਮੌਸਮੀ ਬਰਸਾਤ ਹੋਈ ਹੈ, ਕੁਦਰਤ ਦਾ ਕਹਿਰ ਹੋਇਆ, ਇਹਨੂੰ ਤੁਸੀਂ ਨਾਰਮਲ ਕੈਟਾਗਰੀ ਦੇ ਵਿੱਚ ਲੈਂਦੇ ਹੋ ਜਾਂ ਤੁਸੀਂ ਸਮਝਦੇ ਹੋ ਕਿ ਆਫਤ ਬੜੀ ਵੱਡੀ ਹੈ? ਸਰਕਾਰ ਨੂੰ ਸ਼ਾਇਦ ਸਮਝ ਨਹੀਂ ਆ ਰਹੀ। ਹੁਣ ਕਣਕ ਦੀ ਵਾਰੀ ਆ ਗਈ ਹੈ, ਇਹ ਕੋਈ ਨਾਰਮਲ ਨਹੀਂ, ਇਹ ਐਬ ਨਾਰਮਲ ਸਿਚੁਏਸ਼ਨ ਹੈ ਗਲੋਬਲੀ। ਦੇਸ਼ ਲਈ ਤਾਂ ਖਤਰਾ ਹੈਗਾ ਹੀ ਹੈਗਾ। ਆ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਐਜੀਟੇਸ਼ਨ ਹੋ ਰਿਹਾ ਹੈ, ਮੁਆਵਜ਼ਾ ਦੇਣ ਦੀ ਗੱਲ ਹੋ ਰਹੀ ਹੈ, ਗਰਦੌਰੀ, ਇਹਦੇ ਵਿੱਚ ਹੀ ਕਿਸਾਨ ਉਲਝਾ ਕੇ ਰੱਖ ਦਿੰਦੀ ਹੈ ਐਸਟੈਬਲਿਸ਼ਮੈਂਟ। ਸਰਕਾਰਾਂ ਦਾ ਕੰਮ ਸੀਗਾ ਇਸ ਮੁੱਦੇ ਨੂੰ ਦੇਖਣਾ। ਹਰ ਚੀਜ਼ ਦੇ ਉੱਤੇ ਤੁਸੀਂ ਪੈਸੇ ਦੇ ਨਾਲ ਨਹੀਂ ਗੱਲ ਕਰ ਸਕਦੇ ਹੁੰਦੇ ਕਿ ਪੈਸਾ ਨਹੀਂ ਹੈਗਾ ਜੀ ਕੰਮ ਨਹੀਂ ਹੋ ਸਕਦਾ। 28,000 ਰੁਪਏ ਪ੍ਰਤੀ ਏਕੜ ਅਸੀਂ ਠੇਕੇ ਤੇ ਲੈਂਦੇ ਹਾਂ, ਉਸ ਤੋਂ ਬਾਅਦ ਸਾਡੀ ਲਾਗਤ ਲੱਗਦੀ ਹੈ ਲਗਭਗ 35,000 ਰੁਪਏ ਨੂੰ ਸਾਨੂੰ ਘਰੋਂ ਪੈਂਦਾ। ਤੁਸੀਂ 15 ਦੇ ਰਹੇ ਹੋ, 20 ਫਿਰ ਸਾਡੇ ਪੱਲਿਓਂ ਪੈ ਰਿਹਾ, ਉਹ ਅਸੀਂ ਪੈਸੇ ਕਿੱਥੋਂ ਲੈ ਕੇ ਆਣੇ ਨੇ? ਗਰਦਾਵਰੀ ਤੋਂ 20,000 ਦੇ ਦਿਆਂਗੇ। ਔਰ ਜਦੋਂ ਗੁਜਰਾਤ ਗਏ ਨੇ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ ਵਿੱਚ 40 ਤੋਂ 50,000 ਮੁਆਵਜ਼ਾ ਦਿੰਦੇ ਆ, ਪੰਜਾਬ ਵੀ ਇਸੇ ਤਰ੍ਹਾਂ ਕਰਾਂਗੇ। ਮੁਆਵਜ਼ਾ ਬਿਲਕੁਲ ਜਿਹੜਾ ਕਹਿ ਦਿਓ ਕੋਝਾ ਮਜ਼ਾਕ ਹੈ ਕਿ 15,000 ਔਰ ਉਹ 'ਚ ਵੀ ਸਲੈਬ ਬਣਾਤੀ ਹੈ ਵੀ ਇੰਨੇ ਪਰਸੈਂਟ ਤੇ ਇੰਨਾ, ਇੰਨੇ ਪਰਸੈਂਟ ਤੇ ਇੰਨਾ। ਪੰਜਾਬ ਦੇ ਖਜ਼ਾਨੇ ਭਰਨੇ 'ਚ ਵੱਡਾ ਯੋਗਦਾਨ ਹੈ ਕਿਸਾਨ ਦਾ। ਤੇ ਜੇ ਕਿਸਾਨ ਨੂੰ ਅੱਜ ਕੋਈ ਇਹ ਮਦਦ ਦੇਣਗੇ ਤਾਂ ਅਗਲੀ ਫਸਲ ਬੀਜੇਗਾ, ਫੇਰ ਇਹ ਕਾਇਮ ਹੋਊਗਾ, ਫੇਰ ਇਹ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਚੱਲੂ। ਸਵਾਗਤ ਹੈ ਪੀਟੀਸੀ ਨਿਊਜ਼ ਵਿਸਤਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਗਿਲਕੋ ਪ੍ਰੈਜ਼ੈਂਟਸ ਵਿਚਾਰ ਤਕਰਾਰ। ਇੱਕ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਵੈਸੇ ਤਾਂ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਅੰਮ੍ਰਿਤਪਾਲ ਸਣੇ ਬਹੁਤ ਸਾਰੀਆਂ ਹੋਰ ਖਬਰਾਂ ਨੇ, ਪਰ ਸਾਡੇ ਲਈ ਤਰਜੀਹ ਹੈ ਪੰਜਾਬ ਦਾ ਕਿਸਾਨ, ਅੰਨਦਾਤਾ, ਜੋ ਅੱਜ ਸੜਕਾਂ ਤੇ ਆਉਣ ਲਈ ਮਜਬੂਰ ਹੈ। ਬਹੁਤ ਵੱਡੀ ਕੁਦਰਤ ਦੀ ਮਾਰ ਪਈ ਹੈ। ਕੁਦਰਤ ਦੀ ਮਾਰ ਤਾਂ ਪੈ ਗਈ, ਜੇ ਹਲੇ ਵੀ ਸਰਕਾਰਾਂ ਨੇ ਨਾ ਸਾਂਭਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਵਿੱਚ ਤੇ ਪੂਰੇ ਮੁਲਕ ਦੇ ਵਿੱਚ ਅੰਨ ਦਾ ਇੱਕ ਵੱਡਾ ਸੰਕਟ ਆ ਸਕਦਾ ਹੈ। ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਝੰਜੋੜ ਕੇ ਰੱਖ ਦਿੱਤਾ ਹੈ। ਪਹਿਲਾਂ ਪਈਆਂ ਬਰਸਾਤਾਂ ਨੇ ਲੱਗਾ ਸੀ ਕਿ ਮਾਲਵੇ ਦਾ ਕੁਝ ਹਿੱਸਾ ਜਿਹੜਾ ਉਹ ਇਫੈਕਟ ਕੀਤਾ ਹੋਏਗਾ, ਪਰ ਲਗਾਤਾਰ ਪੈ ਰਹੀ ਬੇਮੌਸਮੀ ਬਰਸਾਤ, ਝੱਖੜ, ਹਨੇਰੀ, ਇਸ ਤੋਂ ਇਲਾਵਾ ਜਿਹੜਾ ਚੱਕਰਵਾਤ ਆਇਆ ਉਹ, ਇਸ ਤੋਂ ਇਲਾਵਾ ਗੜੇਮਾਰੀ ਹੋਈ, ਉਹ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਦੀ ਫਸਲ ਹੈ ਜਿਹੜੀ ਉਹ ਬਰਬਾਦ ਕਰਕੇ ਰੱਖ ਦਿੱਤੀ ਹੈ। ਅੰਕੜਾ ਕੁਝ ਪਹਿਲਾਂ ਇਹ ਦੱਸਿਆ ਜਾ ਰਿਹਾ ਸੀਗਾ ਕਿ ਲਗਭਗ 25 ਤੋਂ 30% ਸਿਰਫ ਜਿਹੜੀ ਹੈ ਫਸਲ ਖਰਾਬ ਹੋਈ ਹੈ। ਹੁਣ ਅੰਕੜਾ ਬਹੁਤ ਜ਼ਿਆਦਾ ਗੰਭੀਰ ਹੋ ਗਿਆ। ਦਾਅਵਾ ਇੱਥੋਂ ਤੱਕ ਕੀਤਾ ਜਾ ਰਿਹਾ ਕਿ 50 ਤੋਂ ਲੈ ਕੇ 70% ਤੱਕ ਪੂਰੇ ਪੰਜਾਬ ਦੀ ਜਿਹੜੀ ਫਸਲ ਹੈ ਉਹ ਇਫੈਕਟਡ ਹੋਈ ਹੈ। ਤੇ ਉਹ ਇਫੈਕਟਡ ਹੋਣ ਤੋਂ ਬਾਅਦ ਜਿੰਨੇ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ, ਜਿੰਨੀ ਰਕਮ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਨਾਲ ਕਿਸਾਨ ਦਾ ਘਰ ਪੂਰਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜਿੰਨੀ ਉਹਦੀ ਲਾਗਤ ਹੈ ਉਹ ਲਾਗਤ ਵੀ ਪੂਰੀ ਨਹੀਂ ਹੋਣੀ। ਇਸੇ ਕਰਕੇ ਹੁਣ ਪੰਜਾਬ ਦਾ ਕਿਸਾਨ ਸਰਕਾਰਾਂ ਦੇ ਨਾਲ ਨਾਲ ਰੱਬ ਨੂੰ ਵੀ ਕਹਿ ਰਿਹਾ ਕਿ ਰੱਬਾ ਰਹਿਮ ਕਰ। ਜਾਂ ਰਹਿਮ ਕਰ ਰੱਬਾ, ਕਿਉਂਕਿ ਪੰਜਾਬ ਦਾ ਅੰਨਦਾਤਾ, ਤੁਸੀਂ ਦੇਖਿਆ ਮੁਲਕ ਦਾ ਪੂਰਾ ਅੰਨਦਾਤਾ ਅੱਜ ਆਪਣੇ ਖੇਤਾਂ ਦੇ ਵਿੱਚ ਖੜ ਕੇ ਉਸ ਫਸਲ ਨੂੰ, ਜਿਹੜੀ ਪੁੱਤਾਂ ਵਾਂਗ ਪਾਲੀ ਫਸਲ ਹੁੰਦੀ ਹੈ, ਹਰ ਰੋਜ਼ ਜਦੋਂ ਵੀ ਕਿਸਾਨ ਆਪਣੀ ਜਿਣਸ ਲਗਾਉਂਦਾ ਹੈ, ਜਦੋਂ ਬੀਜ ਬੋਂਦਾ ਹੈ, ਉਹ ਤੋਂ ਬਾਅਦ ਦਿਨ ਆਪਣੇ ਪੋਟਿਆਂ ਤੇ ਗਿਣਤੀ ਕਰਦਾ ਹੁੰਦਾ ਕਿ ਅੱਜ ਪਾਣੀ ਲਾਉਣ ਦਾ ਟਾਈਮ ਹੈ, ਅੱਜ ਰੇਹ ਲਾਉਣ ਦਾ ਟਾਈਮ ਹੈ, ਅੱਜ ਸਪਰੇਅ ਪਾਉਣ ਦਾ ਟਾਈਮ ਹੈ, ਅੱਜ ਇੰਨੀ ਹੋ ਗਈ, ਅੱਜ ਇੰਨੀ ਹੋ ਗਈ। ਜਦੋਂ ਜਵਾਨ ਹੋਈ ਕਣਕ ਦੇ ਉੱਤੇ ਇਦਾਂ ਦੀ ਕੋਈ ਵਿਪਤਾ ਪੈ ਜੇ, ਉਹ ਆਪਣੀਆਂ ਅੱਖਾਂ ਦੇ ਨਾਲ ਦਿਨ ਦਿਨ ਵੱਡੀ ਹੁੰਦੀ ਫਸਲ ਨੂੰ ਮਰਿਆ ਹੋਇਆ ਦੇਖਣਾ ਪੈ ਜੇ ਤਾਂ ਯਕੀਨ ਮੰਨਿਓ ਆਪਣੀ ਔਲਾਦ ਦੇ ਵੱਡਾ ਦੁੱਖ ਹੁੰਦਾ। ਔਲਾਦ ਜਿੰਨਾ ਦੁੱਖ ਹੁੰਦਾ ਫਸਲ ਦਾ ਡਿੱਗ ਜਾਣਾ। ਸੋ ਅਜਿਹੀਆਂ ਲਗਾਤਾਰ ਘਟਨਾਵਾਂ ਹੋਈਆਂ, ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨ ਦੇ ਅੱਗੇ ਹੁਣ ਵੱਡੀ ਸਮੱਸਿਆ ਖੜੀ ਹੋ ਗਈ ਹੈ। ਇਸ ਸਮੱਸਿਆ ਦਾ ਹੱਲ ਕੀ ਹੈ? ਕੀ ਇਸ ਸਮੱਸਿਆ ਦਾ ਹੱਲ ਹੋ ਪਾਏਗਾ? ਭਾਵੇਂ ਉਹ ਪੰਜਾਬ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ, ਕੀ ਉਹਨਾਂ ਦੀ ਬਾਂਹ ਫੜੇਗੀ? ਕੇਂਦਰ ਸਰਕਾਰ ਨੇ ਨਮੂਨਿਆਂ ਦੀ ਮੰਗ ਵੀ ਕੀਤੀ ਹੈ ਪੰਜਾਬ ਸਰਕਾਰ ਤੋਂ ਕਿ ਸਾਨੂੰ ਨਮੂਨੇ ਦਿੱਤੇ ਜਾਣ ਕਿ ਜਿਹੜੀਆਂ ਤੁਹਾਡੀਆਂ ਫਸਲਾਂ ਖਰਾਬ ਹੋਈਆਂ ਨੇ। ਗ੍ਰਾਫਿਕ ਦੇ ਜ਼ਰੀਏ ਫਟਾਫਟ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੀ ਕੁਛ ਨੁਕਸਾਨ ਇਸ ਵਾਰ ਪੰਜਾਬ ਦੇ ਵਿੱਚ ਹੋਇਆ। ਫਿਲਹਾਲ ਤੱਕ ਬੇਮੌਸਮੀ ਮੀਂਹ ਨੇ ਬਰਬਾਦ ਕਰ ਦਿੱਤੀਆਂ ਨੇ ਫਸਲਾਂ। ਪੰਜਾਬ ਦੇ ਵਿੱਚ ਇਸ ਵਾਰ 198% ਵੱਧ ਮੀਂਹ ਪਿਆ, 198%। ਲਗਾਤਾਰ ਪਏ ਮੀਂਹ, ਝੱਖੜ ਤੇ ਗੜੇਮਾਰੀ ਨੇ ਕਣਕ ਪੂਰੀ ਤਰ੍ਹਾਂ ਦੇ ਨਾਲ ਵਿਛਾ ਦਿੱਤੀ ਹੈ। ਡਿੱਗਣ ਤੋਂ ਬਾਅਦ ਬਿਮਾਰੀ ਪੈਣ ਦੇ ਨਾਲ ਕਾਲੇ ਪਏ ਕਣਕ ਦੇ ਦਾਣੇ
ਦਾਣੇ ਵੀ ਉਹਦੇ ਕਾਲੇ ਪੈ ਚੁੱਕੇ ਨੇ। ਪੰਜਾਬ ਸਰਕਾਰ ਨੇ ਗਿਰਦਾਵਰੀ ਦੇ ਹੁਕਮ ਜ਼ਰੂਰ ਦੇ ਦਿੱਤੇ ਨੇ, ਪਰ ਜ਼ਿਆਦਾਤਰ ਥਾਵਾਂ ਤੇ ਕਿਸਾਨ ਹਲੇ ਵੀ ਗਿਰਦਾਵਰੀ ਹੋਣ ਦੀ ਉਡੀਕ ਦੇ ਵਿੱਚ ਨੇ। ਸਰਕਾਰ ਨੇ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਸਰਕਾਰ ਦੇ ਮੰਤਰੀ ਜਾਇਜ਼ਾ ਲੈਣ ਲਈ ਪਹੁੰਚੇ ਨੇ, ਪਰ ਅਧਿਕਾਰੀ ਹਲੇ ਤੱਕ ਜਾਇਜ਼ਾ ਲੈਣ ਦੇ ਲਈ ਨਹੀਂ ਪਹੁੰਚੇ। ਕਿਸਾਨਾਂ ਨੇ ਸਰਕਾਰ ਦੇ ਮੁਆਵਜ਼ੇ ਨੂੰ ਨਾਕਾਫੀ ਦੱਸਿਆ। ਉਹਨਾਂ ਨੇ 50,000 ਰੁਪਏ ਫੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ। ਸਰਕਾਰ ਨੂੰ ਯਾਦ ਕਰਾਇਆ ਉਹਨਾਂ ਦਾ ਪਹਿਲਾ ਵਾਅਦਾ, ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਪਹਿਲਾਂ ਪਾਵਾਂਗੇ 20,000 ਰੁਪਏ ਫੀ ਏਕੜ ਮੁਆਵਜ਼ਾ ਤੇ ਬਾਅਦ ਦੇ ਵਿੱਚ ਗਿਰਦਾਵਰੀ ਕਰਾਂਗੇ। ਇਹ ਦਾਅਵਾ ਜਿਹੜਾ ਇਹ ਪਹਿਲਾਂ ਸਰਕਾਰ ਵੱਲੋਂ ਕੀਤਾ ਗਿਆ ਸੀਗਾ। ਨਾਲ ਹੀ ਇੱਕ ਹੋਰ ਗੱਲ ਵੀ ਦੱਸ ਦਈਏ, ਜਿਹੜਾ 15,000 ਰੁਪਏ ਪ੍ਰਤੀ ਏਕੜ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਜਿਹੜੀ ਕੰਪਲੀਟ ਫਸਲ ਖਰਾਬ ਹੋਏਗੀ ਉਹਦੇ ਤੇ ਆ। ਜਿਹੜੀ 25 ਤੋਂ ਲੈ ਕੇ 68% ਤੱਕ ਖਰਾਬ ਹੋਏਗੀ ਉਹ ਤੇ ਲਗਭਗ 6800 ਰੁਪਈਆ ਜਿਹੜਾ ਉਹਦੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਹ 15,000 ਰੁਪਇਆ ਵੀ ਉਸ ਨੂੰ ਮਿਲੇਗਾ ਜਿਹਦੀ ਪੂਰੀ ਕਣਕ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ, ਜਿਹਦੀ ਪੂਰੀ ਫਸਲ ਹੈ ਜਿਹੜੀ ਉਹ ਖਰਾਬ ਹੋ ਚੁੱਕੀ ਹੈ। ਮੀਂਹ ਨਾਲ ਕਿੰਨਾ ਕੁ ਨੁਕਸਾਨ ਹੋਵੇਗਾ, ਇਹ ਵੀ ਕੁਝ ਆંકੜੇ ਨੇ ਜਿਹੜੇ ਸਾਡੇ ਸਾਹਮਣੇ ਆਏ ਨੇ। ਪੰਜਾਬ ਦੇ ਵਿੱਚ ਕਣਕ ਹੇਠ ਰਕਬਾ ਕਰੀਬ 35.8 ਲੱਖ ਹੈਕਟੇਅਰ। ਉਮੀਦ ਸੀ ਕਿ ਇਸ ਵਾਰ 167 ਤੋਂ 170 ਲੱਖ ਮੀਟਰ ਟਨ ਦੀ ਰਿਕਾਰਡ ਬੰਪਰ ਪੈਦਾਵਾਰ ਹੋਵੇਗੀ, ਪਰ ਮੀਂਹ ਕਰਕੇ ਇਸ ਵਾਰ ਝਾੜ 120 ਤੋਂ 135 ਲੱਖ ਮੀਟਰ ਟਨ ਤੱਕ ਸਿਮਟਣ ਦੇ ਆਸਾਰ ਬਣੇ ਹੋਏ ਨੇ। ਕਣਕ ਦੀ ਖਰੀਦ ਵੀ ਪਿਛਲੇ ਸਾਲ ਦੇ ਮੁਕਾਬਲੇ ਹੋਰ ਘਟਣ ਦੇ ਆਸਾਰ ਬਣੇ ਹੋਏ ਨੇ। ਪਿਛਲੇ ਸਾਲ ਤਾਪਮਾਨ ਵਧਣ ਨਾਲ ਮਹਿਜ਼ 95 ਲੱਖ ਮੀਟਰ ਟਨ ਕਣਕ ਮੰਡੀਆਂ ਦੇ ਵਿੱਚ ਆਈ। ਇਸ ਵਾਰ ਇਹ ਆંકੜਾ 70 ਤੋਂ 85 ਲੱਖ ਮੀਟਰ ਟਨ ਤੱਕ ਰਹਿਣ ਦਾ ਖਦਸ਼ਾ ਹੈ। ਪਿਛਲੇ ਸਾਲ ਕਰੀਬ 12 ਤੋਂ 15 ਮਣ ਘਟਿਆ ਸੀ ਝਾੜ, ਇਸ ਵਾਰ ਝਾੜ 23 ਤੋਂ 36 ਮਣ ਘਟਣ ਦਾ ਖਦਸ਼ਾ। ਬਾਕੀ ਜਿਹੜੀ ਜਾਣਕਾਰੀ ਹੈ ਉਹ ਸਾਡੇ ਮਾਹਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ, ਉਹ ਚੰਗੇ ਤਰੀਕੇ ਨਾਲ ਦੱਸ ਸਕਣਗੇ। ਪਰ ਫਿਲਹਾਲ ਸਥਿਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਗੰਭੀਰ ਬਣੀ ਹੋਈ ਹੈ। ਨਾ ਸਿਰਫ ਪੰਜਾਬ ਦੇ ਵਿੱਚ, ਹਰਿਆਣਾ, ਯੂਪੀ ਤੱਕ ਇਸ ਦੀ ਮਾਰ ਪਈ ਹੈ। ਇਸੇ ਕਰਕੇ ਪੈ ਰਹੇ ਹਾਂ ਕਿ ਅਸੀਂ ਇਸੇ ਕਰਕੇ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀਗਾ ਕਿ ਸਰਕਾਰਾਂ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈਣ। ਇੱਕ ਵੱਡੇ ਅੰਨ ਸੰਕਟ ਵੱਲ ਸਾਡਾ ਮੁਲਕ ਵੱਧ ਸਕਦਾ। ਗੁਆਂਢੀ ਮੁਲਕ ਪਾਕਿਸਤਾਨ ਨੂੰ ਅਸੀਂ ਦੇਖ ਲਈਏ, ਇਸ ਤੋਂ ਪਹਿਲਾਂ ਸ਼੍ਰੀਲੰਕਾ ਦਾ ਜੋ ਹਾਲ ਹੋਇਆ ਉਹ ਵੀ ਅਸੀਂ ਦੇਖ ਲਈਏ। ਸੋ ਇਸ ਗਲਤਫਹਿਮੀ ਦੇ ਵਿੱਚ ਨਾ ਰਹੀਏ ਕਿ ਸਾਡਾ ਹਾਲ ਸ਼੍ਰੀਲੰਕਾ ਜਾਂ ਪਾਕਿਸਤਾਨ ਵਰਗਾ ਨਹੀਂ ਹੋ ਸਕਦਾ। ਜਿੱਦਾਂ ਦੀ ਸਾਡੇ ਤੇ ਕੁਦਰਤੀ ਕਰੋਪੀ ਆਈ ਹੈ, ਜੇ ਹਾਲੇ ਵੀ ਅਸੀਂ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀਂ ਹੈ। ਸਾਡਾ ਖਾਸ ਮਹਿਮਾਨ ਜੁੜੇ ਹੋਏ ਨੇ, ਪਰ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ, ਸਾਡੇ ਪੱਤਰਕਾਰ ਜੁੜੇ ਹੋਏ ਨੇ। ਅਵਤਾਰ ਅਬੋਹਰ ਤੋਂ ਜੁੜੇ ਹੋਏ ਨੇ, ਅਮਨਦੀਪ ਲੱਕੀ ਨੇ ਜਿਹੜੇ ਫਰੀਦਕੋਟ ਤੋਂ ਜੁੜੇ ਹੋਏ ਨੇ, ਉਹਨਾਂ ਕੋਲੋਂ ਸਾਰੀ ਸਥਿਤੀ ਦੀ ਜਾਣਕਾਰੀ ਲੈਣੀ। ਇਹਦੇ ਨਾਲ ਹੀ ਅਮਰਦੀਪ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਖੇਤੀਬਾੜੀ ਮਾਹਰ ਵੀ ਨੇ, ਲਗਾਤਾਰ ਇਸ ਪੂਰੇ ਮੁੱਦੇ ਦੇ ਨਾਲ ਜੁੜੇ ਰਹੇ ਨੇ। ਮਨਜੀਤ ਸਿੰਘ ਰਾਏ ਸਾਹਿਬ ਪ੍ਰਧਾਨ ਨੇ BKU ਦੁਆਬਾ ਦੇ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਸ਼ੁਰੂਆਤ ਅਵਤਾਰ ਸਿੰਘ ਤੋਂ ਕਰ ਲੈਂਦੇ ਹਾਂ, ਅਬੋਹਰ ਤੋਂ। ਕਾਫੀ ਇੱਥੇ ਨੁਕਸਾਨ ਹੋਇਆ, ਨਾ ਸਿਰਫ ਕਣਕਾਂ ਦਾ ਬਲਕਿ ਅਬੋਹਰ ਇੱਕ ਪੂਰੀ ਇਹ ਬੈਲਟ ਹੈ, ਅਬੋਹਰ ਫਾਜ਼ਿਲਕਾ, ਜਿੱਥੇ ਕਿੰਨੂ ਦੇ ਬਹੁਤ ਵੱਡੇ ਵੱਡੇ ਬਾਗ ਨੇ, ਬਾਗਬਾਨੀ ਦਾ ਕੰਮ ਬਹੁਤ ਵੱਡਾ। ਜਦੋਂ ਚੱਕਰਵਾਤ ਆਇਆ ਸੀ ਤਾਂ ਪੂਰੇ ਦੇ ਪੂਰੇ ਬਾਗ ਨੇ ਜਿਹੜੇ ਉਹ ਵੀ ਉਜੜ ਗਏ। ਅਵਤਾਰ, ਲਗਾਤਾਰ ਅਸੀਂ ਤੁਹਾਡੇ ਤੋਂ ਜਾਣਕਾਰੀ ਲੈ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ। ਮੌਜੂਦਾ ਹੁਣ ਸਥਿਤੀ ਕੀ ਹੈ? ਜ਼ਮੀਨ ਤੇ ਪ੍ਰਬੰਧਕੀ ਅਧਿਕਾਰੀ ਉਤਰੇ, ਡਿਪਟੀ ਕਮਿਸ਼ਨਰ ਆਏ, ਗਿਰਦਾਵਰੀਆਂ ਸ਼ੁਰੂ ਹੋਈਆਂ? ਨਹੀਂ ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗੇ ਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਬੇਮੌਸਮੀ ਬਰਸਾਤ ਕਰਕੇ ਜਿਹੜਾ ਹੈਗਾ ਇੱਕ ਵੱਡਾ ਜਿਹੜਾ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ, ਫਸਲਾਂ ਦਾ ਜਿਹੜਾ ਹੋਇਆ ਹੈਗਾ, ਉਹ ਲਗਾਤਾਰ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਹੈਗੇ। ਤੇ ਕੁਝ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਅੱਜ ਦਿਖਾਵਾਂਗੇ ਉਸ ਖੇਤ ਦੀਆਂ, ਜਿੱਥੇ ਦੇਖ ਸਕਦੇ ਹਾਂ ਕੁਝ ਜਿਹੜੀ ਕਣਕ ਬਿਲਕੁਲ ਜਿਹੜੀ ਵਿਛੀ ਹੋਈ ਹੈ, ਨਾਲ ਹੀ ਜਿਹੜੀ ਹੈਗੀ ਕਣਕ ਖੜੀ ਹੋਈ ਹੈਗੀ। ਲੇਕਿਨ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈਗਾ ਕਿ 33 ਤੋਂ 75% ਜਿਹੜਾ ਹੈਗਾ ਨੁਕਸਾਨ ਦਾ ਜਿਹੜਾ ਹੈਗਾ ਉਹ 6750 ਰੁਪਏ ਦੇਣੇ ਹੈਗੇ। ਉਸ ਤੋਂ ਬਾਅਦ ਜਿਹੜਾ 100% ਜਿਹੜਾ ਨੁਕਸਾਨ ਹੋਵੇਗਾ ਉਸ ਦਾ ਜਿਹੜਾ ਹੈਗਾ 15,000 ਰੁਪਏ ਪ੍ਰਤੀ ਏਕੜ ਦੇਵਾਂਗੇ। ਲੇਕਿਨ ਕਣਕ ਜ਼ਰੂਰ ਇੱਥੇ ਨਜ਼ਰ ਆਉਂਦੀ ਹੈ। ਫੀਸਦੀ ਕਿੰਨਾ ਹੈਗਾ ਇਹ ਅਧਿਕਾਰਿਕ ਤੌਰ ਤੇ ਹਲੇ ਨਹੀਂ ਕਹਿ ਸਕਦੇ ਕਿ ਕਿੰਨਾ ਜਿਹੜਾ ਨੁਕਸਾਨ ਹੈ, ਲੇਕਿਨ ਨੁਕਸਾਨ ਬਿਲਕੁਲ ਹੈ। ਨੁਕਸਾਨ ਦੀ ਹੋਰ ਵੀ ਤੁਹਾਨੂੰ ਕੁਝ ਕਾਰਨ ਦੱਸਦੇ ਹਾਂ। ਜੇਕਰ ਪੂਰੀ ਕਣਕ ਜਿਹੜੀ ਦੇਖੀ ਜਾਵੇ, ਪੂਰੀ 1 ਏਕੜ ਦੇ ਵਿੱਚ 40 ਤੋਂ 50 ਮਣ ਜਿਹੜੀ ਹੈ ਜੀ ਇੱਥੇ ਕਣਕ ਜਿਹੜੀ ਹੋਣੀ ਸੀ, ਲੇਕਿਨ ਜਿਸ ਤਰ੍ਹਾਂ ਦੇ ਨਾਲ ਕਣਕ ਜਿਹੜੀ ਹੁਣ ਆਹ ਡਿੱਗੀ ਪਈ ਹੈ ਖੇਤਾਂ ਦੇ ਵਿੱਚ ਜਿਹੜੀ ਵਿਚ ਗਈ ਹੈ, ਇਹ ਕਰੀਬ ਜਿਹੜੀ ਹੈ 15 ਤੋਂ 20 ਮਣ ਤੱਕ ਇਹਦੀ ਜਿਹੜੀ ਹੈ ਐਵਰੇਜ ਜਿਹੜੀ ਹੈ ਰਹਿ ਜਾਏਗੀ। ਕਣਕ ਜਿਹੜੀ ਹੈ ਇਸ ਦਾ ਦਾਣਾ ਵੀ ਜਿਹੜਾ ਖਰਾਬ ਹੋ ਜਾਏਗਾ। ਮੰਡੀਆਂ 'ਚ ਜਦੋਂ ਪਹੁੰਚੇਗੀ ਤਾਂ ਉਸ ਨੂੰ ਵੇਚਣ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਦਿੱਕਤ ਆਵੇਗੀ। ਹੁਣ ਸਰਕਾਰ ਅਜਿਹੀ ਸਥਿਤੀ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਣੀ ਹੈ, ਇਹ ਵੀ ਅਹਿਮ ਦੇਖਣਾ ਹੋਵੇਗਾ। ਲੇਕਿਨ ਜੇਕਰ ਗੱਲ ਡਿਪਟੀ ਕਮਿਸ਼ਨਰ ਦੀ ਕੀਤੀ ਜਾਵੇ ਜ਼ਿਲ੍ਹਾ ਫਾਜ਼ਿਲਕਾ ਦੇ, ਸੈਨੂੰ ਦੁੱਗਲ ਜੀ ਨਾਲ ਸਾਡੀ ਗੱਲ ਹੋਈ ਹੈ, ਉਹਨਾਂ ਵੱਲੋਂ ਕਿਹਾ ਗਿਆ ਹੈਗਾ ਕਿ ਅੱਜ ਸਾਡੇ ਜਿਹੜੇ ਹੈਗੇ ਪਟਵਾਰੀ ਹੈਗੇ, ਹੋਰ ਮਹਿਕਮੇ ਦੇ ਜਿਹੜੇ ਅਧਿਕਾਰੀ ਆ, ਉਹ ਜਿਹੜੇ ਖੇਤਾਂ 'ਚ ਉਤਰੇ ਹੈਗੇ, ਫੀਲਡ ਦੇ ਵਿੱਚ ਉਤਰੇ ਆ, 10 ਤਰੀਕ ਤੱਕ ਉਹਨਾਂ ਤੱਕ ਜਿਹੜਾ ਪੂਰਾ ਨੁਕਸਾਨ ਜਿਹੜਾ ਹੈਗਾ ਉਹਨਾਂ ਦੀ ਰਿਪੋਰਟ ਜਾਵੇਗੀ। ਉਸ ਤੋਂ ਬਾਅਦ ਜਿਹੜੀ ਸਰਕਾਰ ਤੱਕ ਇਹ ਜਿਹੜੀ ਰਿਪੋਰਟ ਭੇਜੀ ਜਾਵੇਗੀ। ਜਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਹੈਗਾ ਕਿ ਵਿਸਾਖੀ ਤੇ ਜਿਹੜਾ ਖਰਾਬ ਜਿਹੜਾ ਨੁਕਸਾਨ ਹੋਇਆ ਉਸ ਦੀ ਜਿਹੜੀ ਭਰਪਾਈ ਲਈ ਮੁਆਵਜ਼ਾ ਜਿਹੜਾ
ਕਿਸਾਨਾਂ ਤੱਕ ਪਹੁੰਚ ਜਾਏਗਾ। ਲੇਕਿਨ 10 ਤਰੀਕ ਤੱਕ ਜਦੋਂ ਇਹ ਰਿਪੋਰਟ ਜਿਹੜੀ ਹੈ ਡੀਸੀ ਤੱਕ ਪਹੁੰਚੇਗੀ ਤਾਂ ਉਸ ਤੋਂ ਬਾਅਦ 4 ਦਿਨ ਜਿਹੜੇ ਰਹਿ ਜਾਂਦੇ ਆ ਜਿਹਦੇ ਵਿੱਚ ਕਹਿ ਸਕਦੇ ਕਿ ਇਹ ਚੀਜ਼ਾਂ ਮੁਮਕਿਨ ਨਹੀਂ ਹੈ। ਚਲੋ, 1 ਮਿੰਟ ਵਾਪਸ ਆਇਆ ਮੇਰੇ ਨਾਲ ਅਮਨਦੀਪ ਲੱਕੀ ਵੀ ਜੁੜੇ ਹੋਏ ਨੇ। ਅਮਨਦੀਪ ਲੱਕੀ ਕੋਲ ਵੀ ਇੱਕ ਵਾਰ ਥੋੜਾ ਜਿਹਾ ਜਾਇਜ਼ਾ ਲੈ ਲੈਣੇ। ਅਮਨਦੀਪ ਲੱਕੀ, ਇੱਥੇ ਕੀ ਹਾਲ ਨੇ? ਕਿਉਂਕਿ ਅੱਜ ਸਵੇਰੇ ਤੁਸੀਂ ਜਦੋਂ ਲਾਈਵ ਕਰ ਰਹੇ ਸੀਗੇ ਫੇਸਬੁੱਕ ਤੇ ਮੈਂ ਦੇਖਿਆ ਸੀਗਾ ਕਿ ਕਾਫੀ ਗਹਿਮਾ ਗਹਿਮੀ ਹੋ ਰਹੀ ਸੀ, ਕਿਸਾਨਾਂ ਦੇ ਵਿੱਚ ਗੁੱਸਾ ਰੋਸ ਵੀ ਸੀਗਾ। ਥੋੜੀ ਜਾਣਕਾਰੀ ਦਿਓ ਗਰਾਊਂਡ ਦੀ। ਬਿਲਕੁਲ ਹਰਪ੍ਰੀਤ, ਮੈਂ ਦੱਸਣਾ ਚਾਹੂੰਗਾ ਕਿ ਫਰੀਦਕੋਟ ਜ਼ਿਲ੍ਹੇ ਦੀ ਜੇਕਰ ਗੱਲ ਕਰ ਲਈਏ ਤਾਂ ਸਥਿਤੀ ਉਸੇ ਤਰੀਕੇ ਬਣੀ ਹੋਈ ਹੈ ਜਿਸ ਤਰੀਕੇ ਅਸੀਂ ਮਾਲਵੇ ਦੀ ਗੱਲ ਕਰ ਰਹੇ ਹਾਂ, ਅਬੋਹਰ ਦੀ ਸਾਈਡ ਹੈ, ਜਾਂ ਉਸੇ ਤਰੀਕੇ ਫਰੀਦਕੋਟ ਦਾ ਜਿਹੜਾ ਸਾਰਾ ਜਿਹੜਾ ਇਲਾਕਾ ਹੈਗਾ ਪੂਰੀ ਤਰ੍ਹਾਂ ਜਿਹੜਾ ਕਣਕ ਹੈਗੀ ਹੈ ਜਾਂ ਸਰੋਂ ਹੈਗੀ ਹੈ, ਮੇਰੇ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ, ਕਣਕ ਜਿਹੜੀ ਸਰੋਂ ਹੈਗੀ ਹੈ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ। ਇਹਨਾਂ ਦਿਨਾਂ ਦੇ ਵਿੱਚ ਸਰੋਂ ਦੇ ਜਿਹੜੀ ਬੋਟੇ ਹੈਗੇ ਉਹਨਾਂ ਨੂੰ ਵੱਢ ਕੇ ਸਰੋਂ ਨੂੰ ਔਰ ਸੁਕਾਇਆ ਜਾਂਦਾ ਹੈਗਾ, ਉਹਨਾਂ ਤੋਂ ਝਾੜ ਲਿਆ ਜਾਂਦਾ। ਲੇਕਿਨ ਕੀ ਸਥਿਤੀ ਬਣ ਰਹੀ ਹੈਗੀ ਆ ਖੇਤਾਂ ਦੇ ਵਿੱਚ? ਇਹ ਕੁਦਰਤ ਦੀ ਕਰੋਪੀ ਹੈਗੀ ਆ। ਔਰ ਜੇਕਰ ਗੱਲ ਕਰ ਲਈਏ ਤਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਰੁਕ ਕੇ ਜਿਹੜੀ ਬਾਰਿਸ਼ ਹੋ ਰਹੀ ਹੈ, ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈਗਾ ਕੁਦਰਤੀ ਆਫਤ ਦੇ ਨਾਲ। ਔਰ ਕਿਸਾਨਾਂ ਵੱਲੋਂ ਅੱਜ ਜਿਹੜਾ ਜ਼ਿਲ੍ਹਾ ਪੱਧਰ ਦੇ ਉੱਤੇ ਆਪਣਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤੇ ਗਏ ਆ ਕਿ ਜਿਹੜੀ ਪੰਜਾਬ ਸਰਕਾਰ ਕਹਿ ਰਹੀ ਹੈਗੀ ਹੈ ਕਿ ਗਰਦੌਰੀਆਂ ਕੀਤੀਆਂ ਜਾਣ, ਲੇਕਿਨ ਗਰਦੌਰੀਆਂ ਹਜੇ ਕਈ ਥਾਵਾਂ ਦੇ ਉੱਤੇ ਸ਼ੁਰੂ ਨਹੀਂ ਹੋਈਆਂ, ਕਿਉਂਕਿ ਜਿੰਨਾ ਚਿਰ ਗਰਦੌਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਉਹਨਾਂ ਨੂੰ ਪੈਸੇ ਨਹੀਂ ਮਿਲਦੇ। ਔਰ ਇੱਕ ਗੱਲ ਹੋਰ ਉਹਨਾਂ ਨੇ ਇੱਥੇ ਕਲੀਅਰ ਕੀਤੀ ਹੈ ਕਿ ਗਰਦੌਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਕੀਤੀਆਂ ਜਾਣ ਜਿਹੜੇ ਕਾਸ਼ਤਕਾਰ ਨੇ, ਕਾਸ਼ਤਕਾਰ ਮਤਲਬ ਜਿਨ੍ਹਾਂ ਦੇ ਕੋਲੇ ਠੇਕੇ ਦੇ ਉੱਤੇ ਪੈਲੀਆਂ ਨੇ, ਉਹਨਾਂ ਦਾ ਨੁਕਸਾਨ ਹੋਇਆ ਕਿਉਂਕਿ ਉਹਨਾਂ ਨੇ ਗਾਹ ਠੇਕੇ ਤੇ ਲਈਆਂ ਹੋਈਆਂ ਪੈਲੀਆਂ, ਉਹਨਾਂ ਨੂੰ ਨੁਕਸਾਨ ਹੋਣਾ। ਇਸ ਕਰਕੇ ਜਿਹੜੇ ਕਾਸ਼ਤਕਾਰ ਹੈਗੇ ਨੇ ਉਹਨਾਂ ਦੀਆਂ ਜਿਹੜੀ ਹੈਗੀ ਆ ਉਹਨਾਂ ਦੇ ਜਿਹੜੀ ਇਹ ਨੁਕਸਾਨ ਹੈਗਾ ਉਹਨਾਂ ਦੀ ਭਰਪਾਈ ਕੀਤੀ ਜਾਵੇ। ਔਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਚਾਹੇ ਜਿਹੜਾ ਇਹਨਾਂ ਨੂੰ ਐਲਾਨ ਕਰ ਰਹੀ ਹੈ, ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਰ ਰਹੀ ਹੈ, ਲੇਕਿਨ ਕੋਝਾ ਮਜ਼ਾਕ ਕਿਹਾ ਜਾ ਰਿਹਾ ਵੀ ਬਹੁਤ ਘੱਟ ਪੈਸੇ ਜਿਹੜੇ ਹੈਗੇ ਆ ਨੁਕਸਾਨ ਦੇ ਦਿੱਤੇ ਜਾ ਰਹੇ ਹੈਗੇ ਆ। ਸਰਕਾਰ ਤੋਂ ਮੰਗ ਕਰ ਰਹੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਔਰ ਕੁਦਰਤੀ ਕਰੋਪੀ ਜਿਹੜੀ ਹੈਗੀ ਆ ਉਹਦੇ ਨਾਲ ਡਿਮਾਂਡ ਕੀਤੀ ਜਾ ਰਹੀ ਹੈ ਕਿ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਿਉਂਕਿ ਜੇ ਕਿਸਾਨ ਭਾਈਚਾਰੇ ਦੀ ਗੱਲ ਮੰਨਦੇ ਆ, ਸੁਣਦੇ ਆ, ਉਹ ਕਹਿੰਦੇ ਨੇ ਕਿ ਦੇਖੋ ਜੀ 20 ਤੋਂ ਲੈ ਕੇ 25-28,000 ਰੁਪਏ ਪ੍ਰਤੀ ਏਕੜ ਅਸੀਂ ਠੇਕੇ ਤੇ ਲੈਂਦੇ ਆ, ਉਸ ਤੋਂ ਬਾਅਦ ਸਾਡੀ ਲਾਗਤ ਲੱਗਦੀ ਹੈ ਲਗਭਗ 35,000 ਰੁਪਏ ਨੂੰ ਸਾਨੂੰ ਘਰੋਂ ਪੈਂਦਾ ਤੇ 35,000 'ਚ ਸਾਨੂੰ ਘਰ ਪੈ ਰਿਹਾ ਤੇ ਤੁਸੀਂ 15 ਦੇ ਰਹੇ ਹੋ, 20 ਫਿਰ ਸਾਡੇ ਪੱਲਿਓਂ ਪੈ ਰਿਹਾ, ਉਹ ਅਸੀਂ ਪੈਸੇ ਕਿੱਥੋਂ ਲੈ ਕੇ ਆਣੇ ਨੇ? ਅਸੀਂ ਤਾਂ ਬਰਬਾਦ ਹੋ ਜਾਵਾਂਗੇ। ਕੋਈ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਂਦੇ ਆ, ਬਰਬਾਦੀ ਦੀਆਂ ਤਸਵੀਰਾਂ, 4 ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਜਿੱਥੇ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਇਹ ਸਾਰਾ ਏਰੀਆ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਮੈਂ ਗੱਲ ਕਰ ਰਿਹਾ ਸੀ ਚੀਮਾ ਸਾਹਿਬ ਨਾਲ ਕਿ ਚੀਮਾ ਸਾਹਿਬ ਮਾਲਵੇ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ, ਕਹਿੰਦੇ ਨਹੀਂ, ਹੁਣ ਮਾਝੇ ਤੇ ਦੁਆਬਾ ਵੀ ਉਸੇ ਲਪੇਟ ਦੇ ਵਿੱਚ ਆ ਗਿਆ। ਜਿਹੜੀ ਪਿਛਲੇ 2 ਦਿਨਾਂ ਦੇ ਵਿੱਚ ਰੁਕ ਕੇ ਬਾਰਿਸ਼ ਪਈ ਹੈ ਉਹਨੇ ਪੂਰੀ ਤਰ੍ਹਾਂ ਦੇ ਨਾਲ ਝੰਜੋੜ ਕੇ ਰੱਖ ਦਿੱਤਾ। ਇਹ ਤਸਵੀਰਾਂ ਦੇਖੋ ਤੁਸੀਂ, ਫਰੀਦਕੋਟ ਦੀਆਂ ਨੇ, ਮੋਗਾ ਦੀਆਂ, ਮੁਕਤਸਰ ਸਾਹਿਬ ਦੀਆਂ, ਫਿਰੋਜ਼ਪੁਰ ਦੀਆਂ। ਹੁਣ ਜਿਹੜੀ ਬਚ ਗਈ ਆ ਫਸਲ, ਹੁਣ ਜਿਹੜੀ ਉਹ ਵੀ ਕੱਟਣੀ ਬੜੀ ਮੁਸ਼ਕਿਲ ਹੋ ਜਾਏਗੀ, ਖਾਸ ਤੌਰ ਤੇ ਕੰਬਾਈਨਾਂ ਦੇ ਨਾਲ। ਕੰਬਾਈਨਾਂ ਵਾਲੇ ਆਪਣੀ ਫੀਸ ਵਧਾ ਦਿੰਦੇ ਨੇ, ਜਿਹੜੀ ਗਿਰੀ ਹੋਈ ਫਸਲ ਹੁੰਦੀ ਹੈ ਉਹਨੂੰ ਕੱਟਣਾ ਕਾਫੀ ਮੁਸ਼ਕਿਲ ਹੁੰਦਾ। ਇਸ ਕਰਕੇ ਜਿਹੜਾ ਹੁਣ ਕਿਸਾਨ ਭਾਈਚਾਰਾ ਸੜਕ ਤੇ ਉਤਰਿਆ ਹੋਇਆ। ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਜਿੱਥੇ ਪ੍ਰੋਟੈਸਟ ਕਰਦੇ ਹੋਏ ਕਿਸਾਨ ਭਾਈਚਾਰੇ ਦੇ ਲੋਕ ਨੇ ਜਿਹੜੇ ਅੱਜ ਨਜ਼ਰ ਆਏ ਔਰ ਉਹਨਾਂ ਨੇ ਮੰਗ ਕੀਤੀ ਸਰਕਾਰ ਤੋਂ ਕਿ ਸਾਨੂੰ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਏ। ਇਹ ਤਸਵੀਰਾਂ ਤੁਹਾਨੂੰ 2 ਤਸਵੀਰਾਂ ਦਿਖਾ ਰਹੇ ਜਲੰਧਰ ਤੇ ਅਜਨਾਲਾ ਦੀਆਂ ਤਸਵੀਰਾਂ ਨੇ, ਕਿਉਂਕਿ ਇੱਥੇ ਗਰਦੌਰੀ ਸ਼ੁਰੂ ਨਹੀਂ ਹੋਈ। ਕਦੋਂ ਗਰਦੌਰੀ ਹੋਏਗੀ, ਕਦੋਂ ਇਹ ਸਾਰਾ ਕੁਝ ਚੜ੍ਹੇਗਾ ਖਾਤਿਆਂ ਦੇ ਵਿੱਚ ਤੇ ਕਦੋਂ ਪੈਸੇ ਮਿਲਣਗੇ, ਕਦੋਂ ਫਿਰ ਇਹ ਅਗਲੀ ਫਸਲ ਲਈ ਤਿਆਰੀ ਕਰਨਗੇ, ਇਹ ਆਪਣੀ ਥਾਂ ਤੇ ਮਜਬੂਰ ਜਿਹੜੇ ਨੇ ਕਿਸਾਨ ਉਹ ਨਜ਼ਰ ਆ ਰਹੇ ਨੇ। ਕਣਕ ਨਾ ਥੱਲਿਓਂ ਜਿੰਨੇ ਵੀ ਸਿੱਟੇ ਥੱਲੇ ਹੁਣ ਕਣਕ ਵਿਛੀ ਹੋਈ ਆ, ਜਿੰਨੇ ਥੱਲੇ ਵਾਲੇ ਸਿੱਟੇ ਸਾਰੇ ਪੁੰਗਰਨੇ ਸ਼ੁਰੂ ਹੋ ਗਿਆ ਜੀ। ਅਜੇ ਜਿਹੜਾ ਰਾਤ ਬਾਰਿਸ਼ ਹੋਈ ਆ ਬਹੁਤ ਜ਼ਿਆਦਾ, ਇਹਦੇ ਨਾਲ ਪਾਣੀ ਥੱਲੇ ਖੜਾ ਹੋਇਆ ਔਰ ਆਉਣ ਵਾਲੇ 2 ਦਿਨਾਂ ਦੇ ਵਿੱਚ ਵੇਖੋਗੇ ਕਿ ਪੂਰੀ ਕਣਕ ਜਿਹੜੀ ਥੱਲੇ ਪੁੰਗਰ ਪੈਣੀ ਆ ਔਰ ਕਿਸਾਨ ਦੇ ਪੱਲੇ ਆ ਜਿਹੜਾ ਮੈਨੂੰ ਤਾਂ ਲੱਗਦਾ 1 ਕੁਇੰਟਲ ਵੀ ਨਹੀਂ ਕਿੱਲੇ ਦੀ ਪੈਣੀ। ਬਹੁਤ ਜ਼ਿਆਦਾ ਨੁਕਸਾਨ ਆ। ਹੁਣ ਜਗਦਾਂ ਤਾਂ ਕਣਕ ਤਾਂ 45 ਤੋਂ 50,000 ਕਿੱਲੇ ਦੀ ਸੀਗੀ ਤੇ ਪਰ ਹੁਣ ਲੱਗਦਾ ਜਿਵੇਂ ਵੀ ਇਹ ਤੇ ਵਢਾਈ ਵਾਲਾ ਵੀ ਹੁਣ 2500 ਤੋਂ ਘੱਟ ਨਹੀਂ ਵੱਢਣੀ ਉਹਨੇ ਆਖਣਾ ਜਿਹੜੀ 1500 ਲੈਣਾ 2500 ਲਾਊਂਗਾ। ਔਖਾ ਤਾਂ ਬਹੁਤ ਆ ਨਾ ਕੰਮ। ਕਣਕਾਂ ਐਨ ਵਿਛ ਚੁੱਕੀਆਂ ਆ ਤੇ ਹੁਣ ਜਿਹੜੀ ਤੂੜੀ ਬੰਨੀ ਆ ਸਾਡੀ ਤੂੜੀ ਵੀ ਘੱਟ ਬੰਨੀ ਆ। ਜ਼ਿਮੀਦਾਰ ਨੂੰ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਘਾਟਾ ਪਿਆ। ਜ਼ਿਮੀਦਾਰ ਦਾ ਇੱਕ ਝਾੜ ਕਰ ਜਾਣਾ, ਇੱਕ ਕਣਕ ਖਾਣ ਯੋਗ ਨਹੀਂ ਰਹਿਣੀ। ਜਿਹੜੀ ਤੂੜੀ ਬੰਨੀ ਆ ਇਹਨੂੰ ਵੀ ਥੱਲਿਓਂ ਫੰਗਸ ਪੈ ਚੁੱਕੀ ਆ, ਡੰਗਰਾਂ ਦੇ ਖਾਣ ਯੋਗ ਤੂੜੀ ਵੀ ਨਹੀਂ ਬਣਨੀ ਕਿਉਂਕਿ ਡੰਗਰ ਵੀ ਬਿਮਾਰ ਹੋਣ ਦਾ ਚਾਂਸ ਆ। ਬੇਮੌਸਮੀ ਬਾਰਿਸ਼ ਹੋਈ ਆ, ਸਰਕਾਰਾਂ ਡਰਾਮੇ ਕਰਦੀਆਂ ਵਾ। ਕਿਸੇ ਗਰਦੌਰੀਆਂ ਦੀ ਜਾਂ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਆ। ਜਦੋਂ ਸਾਡੇ ਕਿਸਾਨਾਂ ਨੇ ਜਦੋਂ ਕਿ ਕੂੜ ਕਰਕਟ ਨੂੰ ਅੱਗ ਲਾਉਂਦੇ ਸੀ ਉਦੋਂ ਇਹ ਸਾਡੇ ਪਰਚੇ ਕਰਦੇ, ਕਹਿੰਦੇ ਸੈਟਲਾਈਟ ਤੋਂ ਵੇਖ ਕੇ ਪਰਚਾ ਕਰ ਲਿਆ। ਅੱਜ ਉਹ ਸੈਟਲਾਈਟਾਂ ਇਹਨਾਂ ਦੀਆਂ ਟੁੱਟ ਚੁੱਕੀਆਂ ਵਾ। ਅੱਜ ਉਹਨਾਂ ਸੈਟਲਾਈਟਾਂ ਰਾਹੀਂ ਸਾਨੂੰ ਸਿੱਧੇ ਚੈੱਕ ਪਾਏ ਜਾਣ ਵੇਖ ਕੇ ਜਿੱਥੇ 100% ਨੁਕਸਾਨ ਹੋ ਚੁੱਕਾ ਵਾ, ਪਰ ਸਰਕਾਰਾਂ ਡਰਾਮੇ ਕਰੀ ਜਾਂਦੀਆਂ।
ਸੋ ਸਰਕਾਰਾਂ ਦੇ ਪ੍ਰਤੀ ਗੁੱਸਾ ਰੋਸ ਜ਼ਰੂਰ ਹੈ ਕਿ ਗਿਰਦਾਵਰੀਆਂ ਕਈ ਥਾਵਾਂ ਤੇ ਸ਼ੁਰੂ ਹੋਈਆਂ ਨੇ, ਕਈ ਥਾਵਾਂ ਤੇ ਨਹੀਂ ਵੀ ਹੋਈਆਂ। ਹਾਲਾਂਕਿ ਉਹ ਇੱਕ ਸਟੇਟਮੈਂਟ ਮੇਰੇ ਕੋਲ ਹੈਗੀ ਹੈ ਸੀਐਮ ਸਾਹਿਬ ਦੀ, ਉਹ ਬਾਅਦ 'ਚ ਸੁਣਾਉਣਾ ਤੁਹਾਨੂੰ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਦਿੱਲੀ ਦੇ ਵਿੱਚ ਦਿੱਲੀ ਦੀ ਤਰਜ਼ ਤੇ ਪਹਿਲਾਂ ਪੈਸੇ ਪਾਵਾਂਗੇ ਖਾਤਿਆਂ 'ਚ, ਉਸ ਤੋਂ ਬਾਅਦ ਗਿਰਦਾਵਰੀਆਂ ਹੋਣਗੀਆਂ। ਉਹ ਵੀ ਆਪਾਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਸੁਣਾ ਦਾਂਗੇ। ਮਨਜੀਤ ਸਿੰਘ ਰਾਏ ਸਾਹਿਬ ਤੋਂ ਫਟਾਫਟ ਇੱਕ ਰਿਐਕਸ਼ਨ ਲੈਂਦੇ ਹਾਂ, ਫਿਰ ਆਪਾਂ ਚੀਮਾ ਸਾਹਿਬ ਕੋਲ ਆਉਂਦੇ ਹਾਂ। ਅੱਜ ਅਮਨਦੀਪ ਲੱਕੀ, ਅਵਤਾਰ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ। ਰਾਏ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ। ਰਾਏ ਸਾਹਿਬ, ਇੱਕ ਵੱਡਾ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ। ਸਵਾਲ ਇਹ ਹੈ ਕਿ ਲਗਾਤਾਰ ਪੈ ਰਹੀ ਬੇਮੌਸਮੀ ਬਰਸਾਤ ਨੇ ਪੂਰੀ ਤਰ੍ਹਾਂ ਨਾਲ ਝੰਜੋੜ ਕੇ ਰੱਖ ਦਿੱਤਾ ਪੰਜਾਬ ਦਾ ਕਿਸਾਨ, ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਹਾਡੀ ਜਾਂ ਕਿਸਾਨ ਭਾਈਚਾਰੇ ਦੀ ਮੰਗ ਹੈ 50,000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇ। ਸਰਕਾਰ ਨੇ ਮਿੱਥ ਦਿੱਤਾ ਕਿ 15,000 ਰੁਪਈਆ ਜਿਹਨਾਂ ਦੀ ਪੂਰੀ ਫਸਲ ਖਰਾਬ ਹੋਈ ਹੈ ਉਹਨੂੰ ਦਿੱਤਾ ਜਾਏਗਾ। ਇਹ ਬਹੁਤ ਵੱਡਾ ਖੱਪਾ ਹੈ ਤੁਹਾਡੀ ਡਿਮਾਂਡ ਦਾ ਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਪੈਸੇ ਦਾ। ਇਹ ਖੱਪਾ ਪੂਰਾ ਕਿਵੇਂ ਹੋਏਗਾ? ਇਹ ਵੀ ਬੜਾ ਮੁਸ਼ਕਿਲ ਹੈ ਕਿ ਹਰ ਕਿਸਾਨ ਨੂੰ 50,000 ਰੁਪਏ ਪ੍ਰਤੀ ਏਕੜ ਸਰਕਾਰ ਮੁਆਵਜ਼ਾ ਦੇ ਦੇਵੇ, ਉਹ ਵੀ ਪੋਸੀਬਲ ਨਹੀਂ ਲੱਗਦਾ। ਹਰਪ੍ਰੀਤ ਜੀ, ਮੈਂ ਬੇਨਤੀ ਕਰਾਂਗਾ ਕਿ ਅਸੀਂ 50,000 ਮੈਂ ਇਹ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਲਾਗਤ ਮੁੱਲ ਆ ਉਹ ਘੱਟ ਤੋਂ ਘੱਟ 40-42,000 ਰੁਪਏ ਹੈ, ਕਿਉਂਕਿ ਹੁਣ ਜਿਹੜਾ ਠੇਕਾ ਹੈ 60 ਤੋਂ 70,000 ਹੋ ਚੁੱਕਿਆ ਹੈ ਤੇ 35,000 ਠੇਕਾ ਬਣਦਾ, ਬਾਕੀ ਉੱਪਰ ਖਰਚਾ ਪਾ ਕੇ 40 ਤੋਂ 42,000 ਸਾਡਾ ਲਾਗਤ ਮੁੱਲ ਹੈ। ਔਰ ਮੈਂ ਬੇਨਤੀ ਕਰਾਂਗਾ, ਭਗਵੰਤ ਮਾਨ ਜੀ ਨੇ ਸਰਕਾਰ ਜਦੋਂ ਬਣਾਉਣੀ ਸੀ ਉਦੋਂ ਪਹਿਲਾਂ ਕਿਹਾ ਸੀ, ਇਹਨਾਂ ਦੇ ਬਿਆਨ ਕੱਢ ਕੇ ਦੇਖ ਲਓ ਭਈ ਅਸੀਂ ਬਿਨਾਂ ਗਿਰਦਾਵਰੀ ਤੋਂ 20,000 ਦੇ ਦਿਆਂਗੇ। ਔਰ ਜਦੋਂ ਗੁਜਰਾਤ ਗਏ ਨੇ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ ਵਿੱਚ 40 ਤੋਂ 50,000 ਮੁਆਵਜ਼ਾ ਦਿੰਦੇ ਆ, ਪੰਜਾਬ ਵੀ ਇਸੇ ਤਰ੍ਹਾਂ ਕਰਾਂਗੇ। ਔਰ ਇਹ ਆਪਣੀ ਗੱਲ ਤੋਂ ਪਿੱਛੇ ਹਟੀ ਆ ਸਰਕਾਰ। ਔਰ ਇਹ ਜਿਹੜਾ ਮੁਆਵਜ਼ਾ ਬਿਲਕੁਲ ਜਿਹੜਾ ਕਹਿ ਦਿਓ ਕੋਝਾ ਮਜ਼ਾਕ ਹੈ ਕਿ 15,000 ਔਰ ਉਹ 'ਚ ਵੀ ਸਲੈਬ ਬਣਾਤੀ ਹੈ ਵੀ ਇੰਨੇ ਪਰਸੈਂਟ ਤੇ ਇੰਨਾ, ਇੰਨੇ ਪਰਸੈਂਟ ਤੇ ਇੰਨਾ। ਮੈਂ ਸਮਝਦਾ ਇਹ ਬਿਲਕੁਲ ਜਿਹੜਾ ਮੁਆਵਜ਼ਾ ਬਹੁਤ ਘੱਟ ਹੈ, ਕਿਸਾਨ ਸਰਵਾਈਵ ਨਹੀਂ ਕਰ ਸਕੂਗਾ। ਮੈਂ ਹਰਪ੍ਰੀਤ ਜੀ ਇੱਕ ਬੇਨਤੀ ਕਰਾਂ, ਜੇ ਇਹ ਲੱਗਦਾ ਸਰਕਾਰਾਂ ਨੂੰ ਭਈ ਕਿਸਾਨ ਨੂੰ ਮੁਆਵਜ਼ਾ ਕਿੱਥੋਂ ਦਿੱਤਾ ਜਾਵੇ, ਪੈਸੇ ਕਿੱਥੋਂ ਲਿਆਂਦੇ ਜਾਣ, ਜੇਕਰ ਕਿਸਾਨ ਮਰ ਗਿਆ, ਕਿਸਾਨ ਨੇ ਜਿਹੜੀ ਪੰਜਾਬ ਕੇਵਲ ਇਹ ਆਂਦਾ ਭੰਡਾਰ ਨਹੀਂ ਭਰਦਾ, ਜਿਹੜੀ ਅਰਥ ਵਿਵਸਥਾ ਹੈ ਉਹ 'ਚ ਵੱਡਾ ਯੋਗਦਾਨ ਹੈ ਕਿਸਾਨੀ ਦਾ। ਜੇ ਪੰਜਾਬ ਦੀ GDP 'ਚ ਵੱਡਾ ਯੋਗਦਾਨ ਹੈ, ਪੰਜਾਬ ਦੇ ਖਜ਼ਾਨੇ ਭਰਨੇ 'ਚ ਵੱਡਾ ਯੋਗਦਾਨ ਹੈ ਕਿਸਾਨ ਦਾ। ਤੇ ਜੇ ਕਿਸਾਨ ਨੂੰ ਅੱਜ ਕੋਈ ਇਹ ਮਦਦ ਦੇਣਗੇ ਤਾਂ ਅਗਲੀ ਫਸਲ ਬੀਜੇਗਾ, ਫੇਰ ਇਹ ਕਾਇਮ ਹੋਊਗਾ, ਫੇਰ ਇਹ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਚੱਲੂਗੀ। ਜੇ ਕਿਸਾਨ ਦੀ ਜੇਬ 'ਚ ਪੈਸਾ ਆਊਗਾ ਤਾਂ ਹੀ ਬਜਾਜੀ ਵਾਲੇ ਕੋ ਜਾਊਗਾ, ਤਾਂ ਹੀ ਸੁਨਾਰ ਕੋ ਜਾਊਗਾ, ਤਾਂ ਹੀ ਕਿਸੇ ਕਰਿਆਨੇ ਵਾਲੇ ਕੋ ਜਾਊਗਾ। ਸੋ ਇਹ ਜਿਹੜਾ ਇਹ ਸਾਈਕਲ ਹੈ, ਇਹ ਸਾਈਕਲ ਤਾਂ ਚੱਲਣਾ, ਨਹੀਂ ਤਾਂ ਪੰਜਾਬ ਦੀ ਅਰਥ ਵਿਵਸਥਾ ਖੜ ਜੂਗੀ, ਬਿਲਕੁਲ ਬਲੌਕ ਹੋ ਜੂ। ਇਸ ਕਰਕੇ ਜੇ ਕਿਸਾਨ ਮਰ ਗਿਆ ਤੇ ਪੰਜਾਬ ਬਿਲਕੁਲ ਡਾਮਾਡੋਲ ਹੋ ਜੂ, ਪੰਜਾਬ ਸਮਝ ਲਓ ਕਿ ਅਰਥ ਵਿਵਸਥਾ ਖੜੋ ਜੂਗੀ। ਚਲੋ ਮੈਂ ਇੱਕ ਮਿੰਟ ਆਇਆ ਚੀਮਾ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਆਇਆ ਜੀ, ਮੈਂ ਵਾਪਸ ਆਉਣਾ। ਚੀਮਾ ਸਾਹਿਬ, ਵੱਡਾ ਸਵਾਲ ਇਹ ਹੈ ਕਿ ਹਰ ਵਾਰੀ ਹੁੰਦਾ ਕੁਦਰਤੀ ਆਫਤ ਦਾ ਸ਼ਿਕਾਰ ਕਿਸਾਨ ਹੁੰਦਾ, ਇਹ ਵੀ ਇੱਕ ਨਾਰਮਲ ਹੀ ਸਥਿਤੀ ਹੈ। ਇਸ ਵਾਰ ਜਿਹੜਾ ਬੇਮੌਸਮੀ ਬਰਸਾਤ ਹੋਈ ਹੈ, ਕੁਦਰਤ ਦਾ ਕਹਿਰ ਹੋਇਆ, ਇਹਨੂੰ ਤੁਸੀਂ ਨਾਰਮਲ ਕੈਟਾਗਰੀ ਦੇ ਵਿੱਚ ਲੈਂਦੇ ਹੋ ਜਾਂ ਤੁਸੀਂ ਸਮਝਦੇ ਹੋ ਕਿ ਆਫਤ ਬੜੀ ਵੱਡੀ ਹੈ, ਸਰਕਾਰ ਨੂੰ ਸ਼ਾਇਦ ਸਮਝ ਨਹੀਂ ਆ ਰਹੀ? ਬਿਲਕੁਲ ਹਰਪ੍ਰੀਤ ਜੀ, ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਵੀ ਤੁਸੀਂ ਇਸ ਮੁੱਦੇ ਨੂੰ ਚੁੱਕਿਆ ਜੀ, ਕਿਉਂਕਿ ਜੋ ਕਿਸਾਨੀ ਦੇ ਨਾਲ ਮਾਰ ਪਈ ਏ, ਇਹ ਲਗਾਤਾਰ ਚੌਥੀ ਮਾਰ ਪੈ ਗਈ ਏ ਪਿਛਲੇ 4 ਮਹੀਨਿਆਂ ਦੇ ਵਿੱਚ। ਲਸਣ ਗੰਢਿਆਂ ਤੋਂ ਲੈ ਕੇ ਆਲੂ ਤੋਂ ਬਾਅਦ ਹੁਣ ਕਣਕ ਦੀ ਵਾਰੀ ਆ ਗਈ ਏ। ਇਹ ਕੋਈ ਨਾਰਮਲ ਨਹੀਂ, ਇਹ ਐਬ ਨਾਰਮਲ ਸਿਚੁਏਸ਼ਨ ਏ ਗਲੋਬਲੀ। ਦੇਸ਼ ਲਈ ਤਾਂ ਖਤਰਾ ਹੈਗਾ ਹੀ ਹੈਗਾ। ਆ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਐਜੀਟੇਸ਼ਨ ਹੋ ਰਿਹਾ ਹੈ, ਮੁਆਵਜ਼ਾ ਦੇਣ ਦੀ ਗੱਲ ਹੋ ਰਹੀ ਹੈ, ਗਰਦੌਰੀ, ਇਹਦੇ ਵਿੱਚ ਹੀ ਕਿਸਾਨ ਉਲਝਾ ਕੇ ਰੱਖ ਦਿੰਦੀ ਹੈ ਐਸਟੈਬਲਿਸ਼ਮੈਂਟ। ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਨੀ ਚਾਹੂੰਗਾ ਕਿ ਇਹ ਨੌਬਤ ਆਈ ਕਿਉਂ। ਇਹ ਨੌਬਤ ਨੂੰ ਕਿਸੇ ਤਰ੍ਹਾਂ ਵੀ ਰੋਕਿਆ ਜਾ ਸਕਦਾ। ਪਿਛਲੇ ਲੰਬੇ ਸਮੇਂ ਤੋਂ ਕਿਸਾਨ ਯੂਨੀਅਨਾਂ, ਨੀਤੀ ਘਾੜੇ ਇਹ ਕਿਸ ਬਾਰੇ ਵੱਲ ਇਹ ਧਿਆਨ ਦੇ ਰਹੇ ਸਨ। ਕਿਸਾਨ ਦੀ ਜਿੱਥੇ ਕਿ ਸੁਣਵਾਈ ਹੈਗੀ ਉਹ ਕੋਸ਼ਿਸ਼ ਕਰਦਾ ਰਿਹਾ, ਐਜੀਟੇਸ਼ਨਲ ਰਿਹਾ। ਕਿਸਾਨ ਯੂਨੀਅਨਾਂ ਗੱਲਾਂ ਕਰਦੀਆਂ ਰਹੀਆਂ ਵੀ ਸਾਡੇ ਨਾਲ ਇਹ ਧੱਕਾ ਹੋ ਰਿਹਾ। ਅਲਟੀਮੇਟਲੀ ਇਹ ਸਰਕਾਰਾਂ ਦਾ ਕੰਮ ਸੀਗਾ ਇਸ ਮੁੱਦੇ ਨੂੰ ਦੇਖਣਾ। ਹਰ ਚੀਜ਼ ਦੇ ਉੱਤੇ ਤੁਸੀਂ ਪੈਸੇ ਦੇ ਨਾਲ ਨਹੀਂ ਗੱਲ ਕਰ ਸਕਦੇ ਹੁੰਦੇ ਕਿ ਪੈਸਾ ਨਹੀਂ ਹੈਗਾ ਜੀ ਕੰਮ ਨਹੀਂ ਹੋ ਸਕਦਾ। ਇਹਦੇ ਲਈ 3 ਗੱਲਾਂ ਨੇ। ਸਭ ਤੋਂ ਪਹਿਲੀ ਗੱਲ, ਮੈਂ ਗਲੋਬਲ ਤਾਂ ਗੱਲ ਕੀਤੀ ਹੈ ਕਿ ਦੁਨੀਆ ਦੇ ਵਿੱਚ ਇਹ ਝਾੜ ਘਟਣ ਜਾ ਰਿਹਾ। ਕਪਾਹ ਦਾ ਜਿੱਦਾਂ ਝਾੜ ਘਟਿਆ ਹੈ, ਸਾਡੀ ਜਿਹੜੀ ਫੂਡ ਸਿਕਿਉਰਿਟੀ ਨੂੰ ਹੁਣ ਪਤਾ ਲੱਗਣਾ ਕਿਸਾਨ ਨੂੰ ਕੀ ਮਾਰ ਪਈ ਹੈ। ਕੇਂਦਰ ਸਰਕਾਰ ਨੇ ਅੰਕੜੇ ਕੱਢ ਦਿੱਤੇ ਕਿ ਸਾਨੂੰ ਜੀ ਐਤਕੀ ਰਿਕਾਰਡ ਤੋੜ ਸਾਡੀ ਬੰਪਰ ਕ੍ਰੌਪ ਹੋਣ ਜਾ ਰਹੀ ਹੈ। ਉਹਨਾਂ ਨੇ ਕੋਈ 323 ਮਿਲੀਅਨ ਟਨ ਦਾ ਅੰਨ ਭੰਡਾਰਨ ਕਹਿਤਾ ਵੀ ਜੇ ਅਸੀਂ ਕਰਨ ਲੱਗੇ ਹਾਂ। ਦੇਸ਼ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਪਿਛਲੇ 7-8 ਸਾਲਾਂ ਦੇ ਵਿੱਚ। ਉਹ ਅੰਕੜਿਆਂ ਦੇ ਵਿੱਚ
50 ਲੱਖ ਟਨ ਦਾ ਕਣਕ ਦਾ ਜਿਹੜਾ ਪੈਦਾਵਾਰ ਵੱਧ ਦਿਖਾ ਕੇ ਬਾਕੀ ਸਭ ਕੁਝ ਵਿੱਚੇ ਹੀ ਰੁਲ ਗੁਲ ਗਿਆ। ਉਹਦੇ 'ਚ ਭਾਵੇਂ ਮੂੰਗੀ ਸੀ, ਉੜਦ ਸੀ, ਤੂਅਰ ਸੀ, ਸੋਇਆਬੀਨ ਸੀ, ਸਭ ਕੁਝ ਰੁੜ ਗਿਆ ਜਿਹੜਾ ਕਿ ਇੰਪੋਰਟ ਕਰਨਾ ਪਏਗਾ। ਹੁਣ ਆ ਜਾਓ ਅੱਗੋਂ ਸਟੇਟ ਆਫ ਪੰਜਾਬ ਤੇ ਕਿਸੇ ਵੇਲੇ ਅਸੀਂ 74% ਸੈਂਟਰਲ ਪੂਲ ਨੂੰ ਅਸੀਂ ਕਣਕ ਦਿੰਦੇ ਸੀਗੇ। ਅੱਜ ਜਿਹੜੀ ਇਹ 28, 29, 30 ਦੇ ਕੋਲ ਆ ਗਈ ਹੈ ਕਿਉਂਕਿ ਅੰਕੜੇ ਬਦਲਦੇ ਰਹਿੰਦੇ ਨੇ, ਪ੍ਰੈਕਟੀਕਲ ਰਿਪੋਰਟਿੰਗ ਨਹੀਂ ਹੁੰਦੀ ਜੀ। ਸੋ ਅੱਜ ਜਦੋਂ ਇਹ ਪੰਜਾਬ ਦੇ ਵਿੱਚ ਇਹ ਗੱਲ ਚੱਲੀ ਸੀ 15-16% ਦੇ ਘਟਣ ਦੀ, ਅੱਜ ਜਦੋਂ ਬਰਸਾਤ ਹੋ ਗਈ ਹੈ ਤੇ ਪਿਛਲੀਆਂ ਗੱਲਾਂ ਭੁੱਲ ਗਈਆਂ ਲੋਕਾਂ ਨੂੰ। ਇਹ ਭੁੱਲ ਗਿਆ ਕਿ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ 2 ਡਿਗਰੀ ਨਾਰਮਲ ਤੋਂ ਟੈਂਪਰੇਚਰ ਵਧਿਆ ਸੀ। ਮੈਂ ਉਦੋਂ ਹੀ ਬਹੁਤ ਸਾਰੇ ਜਿੰਨੇ ਬੂਹੇ ਖੜਕਾ ਸਕਦੇ ਸੀ ਅਸੀਂ ਖੜਕਾਏ। ਉਦੋਂ ਹੀ 60 ਦੀ ਗੱਲ ਕੀਤੀ ਜਾ ਰਹੀ ਸੀ। 5 ਉਦੋਂ 60 ਦੀ ਸੀ, ਫਿਰ 5 ਤੇ ਟੋਟਲ 7 ਡਿਗਰੀ ਟੈਂਪਰੇਚਰ ਵੱਧ ਗਿਆ ਪਹਿਲੇ ਹਫਤੇ ਤੋਂ ਲੈ ਕੇ ਆਖਰੀ ਹਫਤੇ ਤੱਕ। 15 ਤੋਂ 16% ਝਾੜ ਉਹਦੇ 'ਚ ਘਟ ਗਿਆ, ਜਦੋਂ ਕਿ ਸਰਕਾਰ ਦਾ ਅਨੁਮਾਨ ਸੀਗਾ ਕਿ 5 ਤੋਂ 6% ਹੋਏਗਾ। ਹੁਣ ਆ ਗਈ ਭਾਰਤ ਸਰਕਾਰ ਨੇ ਹਰ ਕਿਸੇ ਹੀਲਾ ਵਸੀਲਾ ਵਰਤਣ ਦੀ ਕੋਸ਼ਿਸ਼ ਕੀਤੀ, ਕੇਂਦਰੀ ਖਾਦ ਮੰਤਰੀ ਦੇ ਨਾਲ, ਐਗਰੀਕਲਚਰ ਮਿਨਿਸਟਰ ਦੇ ਨਾਲ, ਸਟੇਟ ਦੇ ਵਿੱਚ, ਕਿ ਇਹਦੇ ਉੱਤੇ ਕੁਝ ਸਾਂਭ ਲਵੋ, ਮੌਕਾ ਹੈ ਇਸ ਵੇਲੇ। ਨਹੀਂ ਤੇ ਜੇ ਕਿਸਾਨੀ ਮਰੇਗੀ, ਤੁਸੀਂ ਆਪਣਾ ਦੇਸ਼ ਦਾ ਸੰਕਟ ਵੇਖੋ ਕਿੱਧਰ ਨੂੰ ਲੈ ਕੇ ਜਾ ਰਹੇ ਆ। ਹਾਈ ਪਾਵਰ ਕਮੇਟੀ ਬਣ ਗਈ, ਕਮੇਟੀਆਂ ਦੀ ਇਹੋ ਜਿਹੀਆਂ ਰਿਕਮੈਂਡੇਸ਼ਨਾਂ ਆਈਆਂ, ਮੈਂ ਹਾਸੋਹੀਣੀਆਂ ਤਾਂ ਨਹੀਂ ਕਹੂੰਗਾ, ਦੁੱਖ ਤੋਂ ਭਰਪੂਰ ਨੇ। ਇੰਨੇ ਲੰਬੇ ਸਮੇਂ ਦੇ ਬਾਅਦ ਉਹ ਇਹ ਕਿਹਾ ਗਿਆ, ਉਹਦਾ ਮੈਂ ਇੱਕ ਤਰਜਮਾ ਇਦਾਂ ਗੱਲ ਕਰਨ ਲੱਗਾ ਕਿ ਸਾਹਮਣੇ ਇੱਕ ਲਾਸ਼ ਪਈ ਹੈ 2 ਹਿੱਸਿਆਂ 'ਚ ਕੱਟੀ ਹੋਈ, ਤੇ ਵੇਖਣ ਵਾਲਾ ਕਹਿ ਰਿਹਾ ਵੀ ਜੀ ਗੱਲ ਇਹ ਆ ਵੀ ਹੋ ਸਕਦਾ ਇਹਦੀ ਮੌਤ ਹੋ ਗਈ ਹੋਵੇ, ਬਟ ਜਦੋਂ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਉਂਦੀ, ਡਾਕਟਰ ਸਰਟੀਫਾਈ ਨਹੀਂ ਕਰਦਾ, ਉਦੋਂ ਤੱਕ ਅਸੀਂ ਇਹਦੀ ਮੌਤ ਡਿਕਲੇਅਰ ਨਹੀਂ ਕਰ ਸਕਦੇ। ਉਹ ਇਹ ਕਾਨੂੰਨੀ ਗੱਲ ਹੁਣ ਤੁਹਾਨੂੰ ਸਾਹਮਣੇ ਦੱਸਣ ਦਿਆ ਕਿ 7% ਟੈਂਪਰੇਚਰ ਵੱਧ ਗਿਆ, ਉਹਦੇ ਨਾਲ ਝਾੜ ਘਟ ਗਿਆ। ਹੁਣ ਬੇਮੌਸਮੀ ਵਰਖਾ ਹੋਈ, ਉਹਦੇ ਨਾਲ ਝੱਖੜ ਆਏ, ਚੱਕਰਵਾਤ ਆਏ, ਇਹਦੇ ਨਾਲ ਝਾੜ ਨਹੀਂ ਘਟਿਆ। ਹੱਲੇ ਵੀ ਤੁਸੀਂ ਰਿਪੋਰਟਾਂ ਦੀ ਵੇਟ ਕਰਨੀ ਹੈ। ਕੱਲ ਸ਼ਾਮ ਤੱਕ ਇਹ ਹਾਲ ਸੀਗਾ। ਮੇਰਾ ਬਹੁਤ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਪਰਸਨਲੀ ਗੱਲ ਹੋਈ ਕਿ ਪਹਿਲਾਂ ਇਸ ਚੀਜ਼ ਦੇ ਉੱਤੇ ਧਿਆਨ ਦਿਓ, ਕਿਹੜੀ ਕਿਹੜੀ ਵੈਰਾਈਟੀ ਡਿੱਗੀ, ਕਿਉਂਕਿ ਦੂਸਰੇ ਜਿਹੜਾ ਐਜੀਟੇਸ਼ਨਲ ਮੁੱਦਾ ਉਹਦੇ ਤੇ ਬਹੁਤ ਦੁਨੀਆ ਲੱਗੀ ਹੋਈ ਹੈ। ਇਹ ਗੱਲ ਉਹ ਹੋ ਰਹੀ ਹੈ ਫੋੜੇ ਫੁੰਸੀ ਦਾ ਇਲਾਜ ਕਰਨ ਦੇ, ਕੈਂਸਰ ਦੀ ਬਿਮਾਰੀ ਲੱਗੀ ਹੋਈ ਹੈ, ਉਹਦੇ ਵੱਲ ਤੇ ਧਿਆਨ ਨਹੀਂਗਾ ਕਿਸੇ ਦਾ। ਪਹਿਲੀ ਗੱਲ ਕਿ ਕਿਹੜੀਆਂ ਵੈਰਾਈਟੀਆਂ ਡਿੱਗੀਆਂ ਸੀ, ਮੈਂ ਪਿਛਲੇ ਸਾਲ ਵੀ ਜ਼ੋਰ ਲਗਾਇਆ, ਆਪ ਪਰਸਨਲੀ ਇਸ ਮੁੱਦੇ ਨੂੰ ਟੇਕ ਅਪ ਕੀਤਾ। ਇਲੈਕਸ਼ਨ ਦਾ ਦੌਰ ਸੀ, ਸਾਰੇ ਲੋਕ ਸੋਚਣ ਲੱਗ ਪਏ ਵੀ ਇਹ ਜ਼ਿਆਦਾ ਪੜ੍ਹੀ ਲਿਖੀ ਗੱਲ ਹੋ ਗਈ। ਇਹ ਹਾਲਾਤ ਉਦੋਂ ਹੀ ਨਜ਼ਰ ਆਣੇ ਸ਼ੁਰੂ ਹੋ ਗਏ ਸਨ। ਪਿਛਲੇ ਸਾਲ ਵੀ ਐਬਨੋਰਮਲ ਟੈਂਪਰੇਚਰ ਸੀ। ਮੇਰੀ ਵਾਈਸ ਚਾਂਸਲਰ ਸਾਹਿਬ ਨਾਲ ਵੀ ਗੱਲ ਹੋਈ, ਡਿਟੇਲਡ ਉਹਨਾਂ ਟੀਮਾਂ ਭੇਜੀਆਂ। ਕ੍ਰਿਸ਼ੀ ਵਿਗਿਆਨ ਕੇਂਦਰ ਦਾ ਅਲੱਗ ਨੈਟਵਰਕ ਆ, ਉਹਨਾਂ ਨੇ ਅਲੱਗ ਟੀਮਾਂ ਭੇਜੀਆਂ। ਉਸ ਤੋਂ ਬਾਅਦ ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਐਗਰੀਕਲਚਰ ਨਾਲ ਗੱਲ ਹੋਈ ਕਿ ਤੁਸੀਂ ਤਿੰਨੇ ਅਲੱਗ-ਅਲੱਗ ਚੀਜ਼ਾਂ ਦਾ ਰਿਪੋਰਟ ਬਣਾਓ, ਕਿਹੜੀ ਵੈਰਾਈਟੀ ਡਿੱਗਦੀ ਏ, ਕਿਹੜੀ ਤੁਸੀਂ ਕਿੰਨਾ ਟਾਈਮ ਲਿਮਿਟ ਸੀਗਾ। ਕਈ ਜਿਹੜੀਆਂ 15 ਨਵੰਬਰ ਤੋਂ ਪਹਿਲਾਂ ਬੀਜੀਆਂ ਕਣਕਾਂ, ਥੋੜਾ ਬਹੁਤਾ ਬਚਾਅ ਹੋਇਆ ਉਹਨਾਂ ਦਾ। ਉਸ ਤੋਂ ਬਾਅਦ ਵੈਦਰ ਫੋਰਕਾਸਟਿੰਗ ਆਪਾਂ ਦਿਖਾਵਾਂਗੇ ਵੀ। ਉਹ ਮੈਂ ਦੂਸਰੀ ਗੱਲ ਕੀਤੀ, ਹਰ ਚੀਜ਼ ਤੇ ਪੈਸੇ ਦੀ ਗੱਲ ਨਹੀਂ ਹੁੰਦੀ। ਤੁਸੀਂ ਹੈਰਾਨ ਹੋ ਜਾਓਗੇ, ਸਾਡੇ ਕੋਲ ਇੰਨਾ ਵੱਡਾ ਇੰਡੀਅਨ ਰਿਮੋਟ ਸੈਂਸਿੰਗ ਦਾ ਡਾਟਾ ਡੰਪ ਪਿਆ ਕਿ ਇਹ ਸੁਣਾ ਕੇ ਜਦੋਂ ਦੱਸਿਆ ਗਿਆ ਮੈਂ ਬੜਾ ਹੈਰਾਨ ਸੀ ਕਿ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਮੌਸਮ ਦੀ ਭਵਿੱਖਬਾਣੀ ਹੋ ਸਕਦੀ ਹੈ। ਉਹ ਕੀ ਕਰਨਾ ਅਸੀਂ ਇਹੋ ਜਿਹਾ ਡਾਟਾ ਜੇ ਅਸੀਂ ਮੌਕੇ ਤੋਂ ਕਿਸਾਨੀ ਨੂੰ ਵਰਤਿਆ ਨਹੀਂ। ਪੰਜਾਬ ਸਰਕਾਰ ਇੰਨੀ ਇਸ਼ਤਿਹਾਰਬਾਜ਼ੀ ਹੋ ਰਹੀ ਹੈ, ਕਹਿ ਦਿੰਦੇ ਵੀ ਕਿਸਾਨੋ ਭਰਾਓ ਸਾਨੂੰ ਇਹ ਖਬਰ ਲੱਗੀ ਹੈ ਵੀ ਸ਼ਾਇਦ ਪਰਸੋਂ ਤੋਂ ਬਾਅਦ ਇੰਨੀ ਜ਼ਿਆਦਾ ਵਰਖਾ ਹੋਣ ਵਾਲੀ ਏ, ਇਹਨਾਂ ਕੋਲ ਚਾਦਰ ਤੇ ਤਾਨ ਨਹੀਂ ਸੀ ਲੈਣੀ, ਨਾ ਕੋਈ ਤਰਪਾਲ ਵਿਛਾਲ। ਘੱਟੋ ਘੱਟ ਇਹ ਤੇ ਕਹਿ ਦਿੰਦੇ ਕਿਸਾਨੋ ਅੱਜ ਪਾਣੀ ਨਾ ਲਾਇਓ, ਅਗਲੇ 2 ਦਿਨ ਪਾਣੀ ਨਾ ਲੱਗੇ। ਇਹਦੇ 'ਚ ਦੱਸੋ ਕਿਹੜਾ ਖਰਚਾ ਹੋ ਰਿਹਾ ਸੀਗਾ। ਦੂਜੀ ਗੱਲ ਆ ਗਈ ਐਗਰੀਕਲਚਰ ਇੰਸ਼ੋਰੈਂਸ ਦੀ। ਜੀ ਜੀ, ਚਲੋ ਮੈਂ ਉਸ ਤੋਂ ਬਾਅਦ ਚਾਹਨਾ, ਇੱਕ ਮਿੰਟ ਚੀਮਾ ਸਾਹਿਬ ਬਾਅਦ ਚਾਹਨਾ। ਹੁਣ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਹੜੀ ਮੌਜੂਦਾ ਸਥਿਤੀ ਹੈ, ਮੌਜੂਦਾ ਸਥਿਤੀ, ਚਲੋ ਤੁਸੀਂ ਜਿਹੜੀਆਂ ਗੱਲਾਂ ਕੀਆਂ ਉਹ ਬਿਲਕੁਲ ਠੀਕ ਹੈ, ਪਰ ਤਤਕਾਲ ਪ੍ਰਭਾਵ ਦੇ ਨਾਲ ਜਿਹੜੀ ਮੌਜੂਦਾ ਸਥਿਤੀ ਹੈ, ਇਸ ਮੌਜੂਦਾ ਸਥਿਤੀ ਦੇ ਵਿੱਚੋਂ ਕਿਸਾਨ ਨੂੰ ਕੱਢਿਆ ਕਿਵੇਂ ਜਾ ਸਕਦਾ? ਕੀ 15,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨ ਨੂੰ ਕੱਢੇਗਾ ਇਸ ਸੰਕਟ ਦੇ ਵਿੱਚੋਂ ਕਿ ਨਹੀਂ ਕੱਢੇਗਾ? ਬਿਲਕੁਲ ਨਹੀਂ ਨਿਕਲ ਸਕਦਾ ਇਸ ਨਾਲ। ਇਹ ਸਿਰਫ ਇੱਕ ਹੌਸਲਾ, ਇੱਕ ਧਰਵਾਸ ਹੈ ਕਿ ਸਰਕਾਰ ਤੇ ਐਸਟੈਬਲਿਸ਼ਮੈਂਟ ਕਿਸਾਨੀ ਦੇ ਨਾਲ ਖਲੋਤੀ ਹੈ, ਇਸ ਤੋਂ ਵੱਧ ਕੁਝ ਨਹੀਂ ਹੈਗਾ। 18 ਤੋਂ ਲੈ ਕੇ ਤੇ 28,000 ਤੱਕ ਨੈਟ ਕਾਸਟ ਆ ਬਿਜਾਈ ਦੀ ਤੇ ਉਹਨੂੰ ਖੇਤੀ ਕਰਨ ਦੀ। ਇਨਪੁਟ ਕਾਸਟ ਹੈ, ਇਨਪੁਟ ਕਾਸਟ ਆ ਸਿਰਫ ਇਨਪੁਟਸ ਦੀ, ਜ਼ਮੀਨ ਦੀ ਨਹੀਂ ਔਰ ਆਪਣੀ ਲੇਬਰ ਦੀ ਨਹੀਂ। ਬਿਲਕੁਲ ਉਹ ਕਾਸਟ ਨਹੀਂ ਹੈ। ਕੁੱਲ ਮਿਲਾ ਕੇ ਜੇ ਜ਼ਮੀਨ ਠੇਕੇ ਵਾਲੀ ਗੱਲ ਹੈ ਉਹ ਅਲੱਗ-ਅਲੱਗ ਗੱਲਾਂ ਨੇ। ਇਹਦੇ ਨਾਲ ਤੇ ਇਨਪੁਟ ਕਾਸਟ ਨਹੀਂ ਤੁਹਾਡੀ ਕਵਰ ਹੋ ਰਹੀ। ਜਿਹੜੀ ਹਾਰਡਕੋਰ ਦੇ ਪੈਸੇ ਦਿੱਤੇ ਨੇ, ਜਿਹੜੇ ਕ੍ਰਿਸ਼ੀ ਕਾਰਡਾਂ ਦੇ ਉੱਤੇ ਪੈਸੇ ਦਿੱਤੇ ਨੇ, ਜਿਹੜੇ ਸ਼ਾਹ ਕੋ ਵਿਆਜੀ ਫੜਿਆ ਜਾਂ ਆੜਤੀਏ ਕੋਲੋਂ ਵਿਆਜੀ ਫੜਿਆ, ਇਹ ਕੋਈ ਹੱਲ ਨਹੀਂ ਹੈਗਾ। ਸਿਰਫ ਇੱਕ ਹੌਸਲਾ ਤੇ ਧਰਵਾਸਾ ਹੈ ਜੀ ਸਰਕਾਰ ਕੰਮ ਕਰ ਰਹੀ ਹੈ। ਠੀਕ ਹੈ, ਰਾਏ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ, ਫਿਰ ਮੈਂ ਵਾਪਸ ਆਣਾ। ਇਸੇ ਕਰਕੇ ਮੈਂ ਅੱਜ ਨੌਨ ਪੋਲੀਟੀਕਲ ਡਿਬੇਟ ਲੈ ਕੇ ਆਏ ਹਾਂ, ਕਿਉਂਕਿ
ਹੁੰਦਾ ਇਹ ਹੈ ਕਿ ਪੋਲੀਟੀਕਲ ਮਸਲਿਆਂ ਦੇ ਵਿੱਚ ਇਲਜ਼ਾਮਬਾਜ਼ੀਆਂ ਹੀ ਹੁੰਦੀਆਂ ਰਹਿੰਦੀਆਂ ਨੇ, ਅਸਲ ਮੁੱਦੇ ਤੋਂ ਡਿਬੇਟ ਜਿਹੜੀ ਉਹ ਭਟਕ ਜਾਂਦੀ ਹੈ। ਰਾਏ ਸਾਹਿਬ, ਹੁਣ ਵੱਡਾ ਸਵਾਲ ਇਹ ਹੈ ਕਿ ਅੱਗੇ ਵੀ ਹੁਣ ਤੁਸੀਂ ਫਸਲ ਬੀਜਣੀ ਹੈ, ਕਿਸਾਨ ਭਾਈਚਾਰੇ ਨੇ ਅੱਗੇ ਫਸਲ ਬੀਜਣੀ ਹੈ, ਇਸ ਫਸਲ ਦਾ ਪੈਸਾ ਤੁਹਾਨੂੰ ਮਿਲਿਆ ਨਹੀਂ, ਗਿਰਦਾਵਰੀਆਂ ਹਲੇ ਹੋਈਆਂ ਨਹੀਂ, ਗਿਰਦਾਵਰੀਆਂ ਤੋਂ ਬਾਅਦ ਕਿੰਨਾ ਪੈਸਾ ਕਦੋਂ ਮਿਲੇਗਾ ਉਹ ਹਲੇ ਸਟੇਕ ਦੇ ਵਿੱਚ ਸਾਰਾ ਕੁਝ ਲੱਗਿਆ ਹੋਇਆ। ਇਹ ਫਸਲ ਤਾਂ ਤੁਹਾਡੀ ਖਰਾਬ ਹੋ ਹੀ ਗਈ, ਅਗਲੀ ਜਿਹੜੀ ਫਸਲ ਹੈ ਉਹਦੇ ਤੇ ਵੀ ਹੁਣ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ ਕਿ ਅੱਗੋਂ ਹੁਣ ਕਿਵੇਂ ਕਰਨਾ ਹੈ। ਇਸ ਫਸਲ ਤੋਂ ਬਾਅਦ ਅਗਲੀ ਫਸਲ ਬੀਜੇ ਤਦ ਹੁੰਦੀ ਹੈ ਕਿ ਇਸ ਫਸਲ ਦੇ ਵਿੱਚੋਂ ਠੇਕਾ ਠੂਕਾ ਦੇ ਕੇ ਜੋ ਬਚਦਾ ਉਹ ਅਗਲੀ ਫਸਲ ਦੇ ਵਿੱਚ ਬਿਜਾਈ ਸਾਡੇ ਪੈਸੇ ਲੱਗ ਜਾਂਦੇ ਆ। ਤੇ ਹੁਣ ਤਾਂ ਰਿਹਾ ਹੀ ਪੱਲੇ ਕੱਖ ਨਹੀਂ। ਹੁਣ ਤੇ ਬਹੁਤ ਸਾਰੇ ਕਿਸਾਨ, ਮੈਂ ਵਾਹਿਗੁਰੂ ਅੱਗੇ ਕਿਰਪਾ ਕਰਾਂਗਾ, ਕਿਸਾਨਾਂ ਨੂੰ ਵੀ ਕਵਾਂਗੇ, ਅਪੀਲ ਕਰਾਂਗੇ ਸਾਰੀਆਂ ਯੂਨੀਅਨ ਵੀ ਇਦਾਂ ਦਾ ਮਾੜਾ ਕੋਈ ਸਟੈਪ ਚੱਕਣਾ ਨਹੀਂ, ਪਰ ਬਹੁਤ ਸਾਰੇ ਕਿਸਾਨ ਸਾਨੂੰ ਖਦਸ਼ਾ ਡਰ ਹੈ ਕਿਤੇ ਸੁਸਾਈਡਾਂ ਨੂੰ ਨਾ ਚੱਲ ਪੈਣ, ਕਿਉਂਕਿ ਜਿਹੜੀ ਪੋਜੀਸ਼ਨ ਕ੍ਰੀਏਟ ਹੋ ਗਈ ਆ, ਮੋਰਨੀ ਫਸਲ ਬੀਜੀ ਨਹੀਂ ਜਾਣੀ, ਇਸ ਫਸਲ ਦੇ ਵਿੱਚੋਂ ਕੋਈ ਲੱਭਣਾ ਨਹੀਂ, ਤੇ ਕਿਸਾਨ ਜਾਊ ਤੇ ਜਾਊ ਕਿੱਧਰ ਨੂੰ। ਬੜੀ ਇਸ ਵੇਲੇ ਜਿਹੜੀ ਦੁਵਿਧਾ ਪੂਰਨ ਸਥਿਤੀ ਬਣੀ ਹੋਈ ਆ ਤੇ ਕਿਸਾਨ ਦੇ ਕੋਲ ਮੋਰਨੀ ਫਸਲ ਬੀਜਣ ਨੂੰ ਕੋਈ ਪੈਸਾ ਬਚਣਾ ਹੀ ਨਹੀਂ। ਤੇ ਸਰਕਾਰ ਨੂੰ ਚਾਹੀਦਾ ਹੈ, ਮੈਂ ਤਾਂ ਬੇਨਤੀ ਕਰਾਂਗਾ, ਕੱਲਾ ਇਹ ਮੁਆਵਜ਼ਾ ਨਹੀਂ, ਮੋਰਲੀ ਫਸਲ ਤੇ ਬੀਜ ਵੀ ਦੇਣ ਫ੍ਰੀ, ਔਰ ਇਹ ਸਰਕਾਰ ਉਪਰਾਲਾ ਕਰ ਸਕਦੀ ਹੈ, ਕਰੇ, ਔਰ ਇਹ ਤਾਂ ਹੀ ਮੋਰਲੀ ਫਸਲ ਬੀਜੀ ਜਾਣੀ ਹੈ ਜੇ ਸਰਕਾਰ ਹੈਲਪ ਕਰੂਗੀ, ਮਦਦ ਕਰੂਗੀ, ਨਹੀਂ ਤਾਂ ਮੋਰੇ ਦਸ਼ਾ ਬਹੁਤ ਜ਼ਿਆਦਾ ਵਿਗੜਨ ਵਾਲੀ ਹੈ, ਕਿਉਂਕਿ ਬੈਂਕਾਂ ਦੇ ਪੈਸੇ ਦਿੱਤੇ ਨਹੀਂ ਜਾਣੇ, ਬੈਂਕਾਂ ਤੋਂ ਨਹੀਂ ਮੁੜਨੇ, ਜਿੱਥੋਂ ਖਾਦ ਚੱਕੀ ਹੋਈ ਉਹ ਨਹੀਂ ਦੇ ਹੋਣੇ, ਜਿਹੜੇ ਪੰਪਾਂ ਤੋਂ ਤੇਲ ਉਧਾਰ ਲਿਆ ਉਹ ਨਹੀਂ ਦਿੱਤੇ ਜਾਣੇ, ਸਾਰੇ ਦਾ ਸਾਰਾ ਜਿਹੜੀ ਸਾਡੀ ਮਸ਼ੀਨਰੀ ਆ ਉਹ ਖੜ ਜੂਗੀ ਕਿਸਾਨ ਦੀ, ਕਿਸਾਨ ਦਾ ਸਾਰਾ ਜਿਹੜਾ ਸਿਸਟਮ ਉਹ ਖੜ ਜੂ, ਤੇ ਜਦੋਂ ਖੜ ਗਿਆ ਤੇ ਮੋਦੀ ਫਸਲ ਬਿਲਕੁਲ ਨਹੀਂ ਬੀਜੀ ਜਾਣੀ। ਉਹਦੇ ਬਾਰੇ ਵੀ ਸਰਕਾਰ ਨੂੰ ਹੁਣੇ ਉਪਰਾਲਾ ਕਰਨਾ ਚਾਹੀਦਾ। ਅੱਛਾ ਰਾਏ ਸਾਹਿਬ ਇੱਕ ਗੱਲ ਦੱਸੋ, ਇਸ ਮੁੱਦੇ ਤੇ ਕੇਂਦਰ ਸਰਕਾਰ ਤੋਂ ਕਿੰਨੀ ਕੁ ਉਮੀਦ ਹੈ, ਕਿਉਂਕਿ ਸਾਨੂੰ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੇ ਸੈਂਪਲ ਦੀ ਮੰਗ ਕੀਤੀ ਹੈ, ਕੇਂਦਰ ਵੀ ਇਹਦੇ ਵਿੱਚ ਸਹਿਯੋਗ ਕਰ ਸਕਦੀ ਹੈ। ਦੇਖੋ, ਇਹ ਗੱਲ ਜਿਸ ਦਿਨ ਸਾਡੀ ਦਿੱਲੀ ਰੈਲੀ ਸੀ ਤੇ ਨਰਿੰਦਰ ਤੋਮਰ ਜੀ ਨਾਲ ਸਾਡੀ ਗੱਲ ਹੋਈ ਸੀ, ਮੈਂ ਵੀ ਉਸ ਡੈਲੀਗੇਟ ਜਿਹੜਾ ਗਿਆ ਸੀ ਉੱਥੋਂ ਡੈਲੀਗੇਸ਼ਨ ਉਹਦੇ ਵਿੱਚ ਗਏ ਸੀ, ਔਰ ਉੱਥੇ ਅਸੀਂ ਗੱਲ ਕਹੀ ਸੀ, ਉਹਨਾਂ ਨੇ ਕਿਹਾ ਸੀ ਸਰਕਾਰਾਂ ਆਪਣੇ ਲੈਵਲ ਤੇ ਪਹਿਲਾਂ ਅੰਕੜੇ ਦੱਸਣ, ਫਿਰ ਸਾਨੂੰ ਲਿਖਣ, ਅਸੀਂ ਜਦੋਂ ਸਾਨੂੰ ਲਿਖਣਗੇ ਅਸੀਂ ਜੋ ਕੁਝ ਕੇਂਦਰ ਦਾ ਕੁਝ ਸਟੇਟ ਦਾ ਅਸੀਂ ਦੇਵਾਂਗੇ, ਉਹ ਦਿੰਦੇ ਜਾਂ ਨਹੀਂ ਦਿੰਦੇ ਬਾਅਦ ਦੀ ਗੱਲ ਹੈ, ਮੈਨੂੰ ਨਹੀਂ ਉਹਦੇ ਬਾਰੇ ਪਤਾ, ਪਰ ਇਹ ਗੱਲ ਜਿਹੜੀ ਹੋਈ ਸੀ ਉਸ ਦਿਨ, ਤੇ ਪੰਜਾਬ ਸਰਕਾਰ ਕੋਲ ਤਾਂ ਹਲੇ ਗਿਰਦਾਵਰੀ ਨਹੀਂ ਹੋ ਸਕੀ। ਹਰਪ੍ਰੀਤ ਜੀ, ਇਹ ਗਿਰਦਾਵਰੀ ਕਰੂਗੇ, ਉਹ ਅੰਕੜੇ ਬਣਾਉਣਗੇ, ਫਿਰ ਕੇਂਦਰ ਨੂੰ ਭੇਜਣਗੇ, ਕਦੋਂ ਕੇਂਦਰ ਮਨਜ਼ੂਰੀ ਦੇਊਗੀ, ਇਹ ਗੱਲਾਂ ਲੰਬੀਆਂ ਨੇ, ਵੱਡੀਆਂ ਨੇ। ਹਾਲੇ ਮੈਂ ਤੁਹਾਡੇ ਨੋਟ 'ਚ ਲੈਣਾ ਚਾਹਾਂਗਾ, ਬਹੁਤ ਸਾਰੇ ਜ਼ਿਲ੍ਹਿਆਂ 'ਚ ਪਟਵਾਰੀ ਕਹਿੰਦੇ ਸਾਨੂੰ ਨੋਟੀਫਿਕੇਸ਼ਨ ਹੀ ਨਹੀਂ ਆਇਆ ਜੀ, ਤੇ ਫਿਰ ਕਿੱਥੋਂ ਇਹ ਗਿਰਦਾਵਰੀ ਕਰਨਗੇ, ਕਿੱਥੋਂ ਅੰਕੜੇ ਭੇਜਣਗੇ, ਤੇ ਕੇਂਦਰ ਦੀ ਸਪੋਰਟ ਜਿਹੜੀ ਲੈਣੀ ਆ ਉਹ ਬੜੀ ਹਿੰਮਤ ਦਾ ਕੰਮ ਹੈ ਕਿ ਫਟਾਫਟ ਗਿਰਦਾਵਰੀ ਕਰਕੇ ਉਹ ਅੰਕੜੇ ਭੇਜਣ ਕੇਂਦਰ ਨੂੰ। ਜੇ ਕੇਂਦਰ ਨਾ ਦੋ ਫਿਰ ਅਸੀਂ ਯੂਨੀਅਨ ਉਹਨਾਂ ਦਾ ਵੀ ਪਿੱਟ ਸਿਆਪਾ ਕਰਾਂਗੇ, ਪਰ ਹਾਲ ਦੀ ਘੜੀ ਇਹ ਜਿਹੜਾ ਅੰਕੜੇ ਆ ਉਹ ਤਾਂ ਹੀ ਭੇਜਣਗੇ ਸਰਵੇ ਕਰਕੇ, ਜੇ ਇਹਨਾਂ ਦੀ ਗਿਰਦਾਵਰੀ ਫਟਾਫਟ ਹੋ ਜੂਗੀ ਤਦ ਜੀ। ਬਿਲਕੁਲ ਠੀਕ ਹੈ। ਚਲੋ, ਮੈਂ ਇੱਕ ਤੁਹਾਡੀ ਗੱਲ ਠੀਕ ਹੈ ਕਿ ਗਿਰਦਾਵਰੀ ਹੋਏਗੀ, ਕਦੋਂ ਹੋਏਗੀ, ਕਦੋਂ ਅੰਕੜੇ ਇਕੱਠੇ ਹੋਣਗੇ। ਇੱਕ ਬਾਈਟ ਹੈਗੀ ਹੈ ਭਗਵੰਤ ਮਾਨ ਹੋਰਾਂ ਦੀ ਇਲੈਕਸ਼ਨ ਤੋਂ ਪਹਿਲਾਂ ਦੀ ਵੀ, ਇਲੈਕਸ਼ਨ ਤੋਂ ਬਾਅਦ ਦੀ ਵੀ, ਕਿ ਪਹਿਲਾਂ ਉਹ ਕਹਿੰਦੇ ਸੀ ਕਿ ਜੇ ਖਰਾਬਾ ਹੁੰਦਾ ਤਾਂ ਤੁਹਾਨੂੰ ਮੁਆਵਜ਼ਾ ਕਿਸ ਤਰ੍ਹਾਂ ਦਿੱਤਾ ਜਾਏਗਾ, ਔਰ ਜਦੋਂ ਮੁੱਖ ਮੰਤਰੀ ਬਣ ਗਏ ਹੁਣ ਉਹਨਾਂ ਨੇ ਦੱਸ ਦਿੱਤਾ ਕਿ ਖਰਾਬਾ ਹੁੰਦਾ ਤਾਂ ਤੁਹਾਨੂੰ ਕਿਵੇਂ ਪੈਸਾ ਮਿਲੇਗਾ। ਰੱਬ ਨਾ ਕਰੇ ਕੋਈ ਇਦਾਂ ਦਾ ਫਸਲਾਂ ਦਾ ਨੁਕਸਾਨ ਹੋਵੇ, ਅਗਲੀ ਵਾਰ ਤੋਂ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ, ਬਾਕੀ ਸਭ ਬਾਅਦ ਚ ਹੁੰਦਾ ਰਹੂਗਾ, ਜਿਵੇਂ ਦਿੱਲੀ ਦੇ ਵਿੱਚ ਹੁੰਦਾ ਹੈ, ਅਰਵਿੰਦ ਕੇਜਰੀਵਾਲ ਦੀ ਸਰਕਾਰ ਕਰਦੀ ਹੈ। ਪਹਿਲਾਂ 20,000 ਏਕੜ ਦਾ ਉਹ ਪੈਸੇ ਦੇ ਦਿੰਦੇ ਆ, ਪਹਿਲਾਂ ਲਓ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ, ਫਿਰ ਦੇਖਾਂਗੇ, ਆਪਣੀ ਕਬੀਲਦਾਰੀ ਚਲਾਓ। ਅਸੀਂ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ, ਸਾਰੇ ਡੀਸੀਜ਼ ਨੂੰ ਹੁਕਮ ਦਿੱਤਾ ਹੈ ਕਿ ਜਦੋਂ ਵੀ ਗਰਦੌਰੀ ਕਰਨੀ ਹੈ, ਔਰ ਗਰਦੌਰੀ ਇੱਕ ਹਫ਼ਤੇ ਦੇ ਵਿੱਚ ਕਰਨੀ ਹੈ, ਸਪੈਸ਼ਲ ਗਰਦਾਵਰੀ ਦੇ ਹੁਕਮ ਦਿੱਤੇ ਨੇ, ਉਹ ਅਨਾਉਂਸਮੈਂਟ ਹੋਊਗੀ ਗੁਰਦੁਆਰਾ ਸਾਹਿਬ 'ਚ, ਸਾਰਾ ਪਿੰਡ ਆਪਣੇ ਆਪਣੇ ਖੇਤ ਦਿਖਾ ਦੇ ਕਿ ਇੱਥੇ ਇੱਥੇ ਨੁਕਸਾਨ ਹੋਇਆ, ਉਹੀ ਲਿਖਿਆ ਜਾਵੇ, ਤੇ ਸ਼ਾਮ ਨੂੰ ਜੋ ਜੋ ਗਰਦੌਰੀ ਦੇ ਵਿੱਚ ਲਿਖਿਆ ਹੋਇਆ ਉਹ ਸਾਰਾ ਪੜ੍ਹ ਕੇ ਸੁਣਾਇਆ ਜਾਵੇ, ਤੇ ਥੱਲੇ ਲੋਕਾਂ ਦੇ ਸਾਈਨ ਕਰਾਏ ਜਾਣ, ਮੋਤਬਾਰ ਲੋਕਾਂ ਦੇ ਉਸ ਪਿੰਡ ਦੇ। ਤੇ ਉਸ ਤੋਂ ਕੁਛ ਦਿਨਾਂ ਬਾਅਦ ਅਸੀਂ ਪੈਸੇ ਜਿਹੜੇ ਨੇ ਉਹ ਖਾਤੇ ਦੇ ਵਿੱਚ ਪਾ ਦਾਂਗੇ। ਜਿੰਨਾ ਵੀ ਫਸਲਾਂ ਦਾ ਨੁਕਸਾਨ ਹੋਇਆ ਉਹ 'ਚ 15,000 ਰੁਪਈਆ ਇੱਕ ਏਕੜ ਦਾ, ਜਾਨੀ ਕਿ 25% ਅਸੀਂ ਵਾਅਦਾ ਕਰਤਾ, ਉਹ ਮਿਲੂਗਾ।
ਸੋ ਸਰਕਾਰ ਦਾਅਵਾ ਕਰ ਰਹੀ ਕਿ 25% ਅਸੀਂ ਮੁਆਵਜ਼ਾ ਵਧਾਇਆ, 15,000 ਰੁਪਏ ਪ੍ਰਤੀ ਏਕੜ ਦੇਵਾਂਗੇ। ਪਰ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇਹ ਦਿਖਾਇਆ ਜਾ ਰਿਹਾ ਕਿ ਪਹਿਲਾਂ ਕਹਿ ਰਹੇ ਸੀਗੇ ਕਿ 20,000 ਰੁਪਏ ਪ੍ਰਤੀ ਏਕੜ ਤੁਹਾਡੇ ਖਾਤੇ 'ਚ ਪਾ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਦੇਖਾਂਗੇ ਕਿ ਗਿਰਦਾਵਰੀ ਕਿਵੇਂ ਕਰਨੀ ਕਿਵੇਂ ਨਹੀਂ। ਇੱਕ ਤਸਵੀਰ ਹੋਰ ਸਾਡੇ ਸਾਹਮਣੇ ਆਈ ਹੈ ਜਿਹੜੀ ਚੀਮਾ ਸਾਹਿਬ ਗੱਲ ਕਰ ਰਹੇ ਸੀਗੇ, ਇਹਨਾਂ ਤੋਂ ਰਿਐਕਸ਼ਨ ਵੀ ਲੈ ਲੈਣੇ ਆ ਕਿ ਕੁਝ ਫਸਲਾਂ ਦਾ ਘੱਟ ਨੁਕਸਾਨ ਹੋਇਆ। ਮੋਗਾ ਵਿਖੇ ਜਦੋਂ ਸਾਡੀ ਟੀਮ ਪਹੁੰਚੀ ਤਾਂ ਇੱਕ ਖੇਤ ਦੇ ਵਿੱਚ ਫਸਲ ਬਿਲਕੁਲ ਉਸੇ ਤਰ੍ਹਾਂ ਲਹਿਲਹਾ ਰਹੀ ਸੀ ਜਿਵੇਂ ਪਹਿਲਾਂ ਸੀ। ਨਾਲ ਦੇ ਖੇਤਾਂ ਦੇ ਵਿੱਚ ਫਸਲ ਪੂਰੀ ਤਰ੍ਹਾਂ ਡਿੱਗੀ ਹੋਈ ਹੈ ਔਰ ਇਸ ਖੇਤ ਦੇ ਵਿੱਚ ਫਸਲ ਪੂਰੀ ਤਰ੍ਹਾਂ ਉਵੇਂ ਦੀ ਉਵੇਂ ਖੜੀ ਹੈ। ਇਹ ਥੋੜਾ ਸਮਝਣਾ ਪਏਗਾ ਔਰ ਦਾਅਵਾ ਇਸ ਕਿਸਾਨ ਵੱਲੋਂ ਕੀਤਾ ਜਾ ਰਿਹਾ ਕਿ ਇਹ ਆਰਗੈਨਿਕ ਖੇਤੀ ਕਰਦਾ ਹੈ ਔਰ ਉਸ ਤਰੀਕੇ ਨਾਲ ਇਹਨਾਂ ਨੇ ਬਣਾਈ ਹੈ ਔਰ ਤੂੜੀ ਵੀ ਇਹਨਾਂ ਨੇ ਦਿਖਾਈ ਹੈ ਕਿ ਬਿਲਕੁਲ ਠੀਕ ਠਾਕ ਪਈ ਹੈ। ਇੱਥੇ ਜਿਹੜੇ ਨੇ ਯੂਨੀਵਰਸਿਟੀ ਤੋਂ ਇੱਕ ਸਪੈਸ਼ਲ ਟੀਮ ਵੀ ਆਈ ਦੇਖਣ ਦੇ ਲਈ ਕਿ ਅਜਿਹਾ ਕੀ ਖਾਸ ਰਿਹਾ ਕਿ ਇਹ ਫਸਲ ਜਿਹੜੀ ਪੂਰਾ ਵੀ ਖਰਾਬ ਨਹੀਂ ਹੋਈ। ਥੋੜੀ ਬਾਈਟ ਸੁਣਾ ਦਿੰਦੇ ਤੁਹਾਨੂੰ। ਜਦੋਂ ਆਪਾਂ ਪਾਣੀ ਲਾਤਾ ਤੇ ਜੇ ਉਸ ਟਾਈਮ ਧੁੱਪਾਂ ਲੱਗਦੀਆਂ 12 ਘੰਟੇ ਦੇ ਵਿੱਚ ਦਾਣਾ ਢੰਗੂਰ ਮਰ ਜਾਂਦਾ। 3 ਤੋਂ 4 ਦਿਨ ਦੇ ਵਿੱਚ ਕਣਕ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਜਿਹਦਾ ਕਿ ਸਾਰਾ 500-600 ਰੁਪਏ ਇੱਕ ਕਿੱਲੇ ਦਾ ਖਰਚਾ। ਜਿਵੇਂ ਆਪਾਂ ਦੇਖਦੇ ਹਾਂ ਹੁਣ ਸਾਰੇ ਪੰਜਾਬ 'ਚ ਕਣਕਾਂ ਵਿਛ ਗਈਆਂ, ਲੰਮੀਆਂ ਪੈ ਗਈਆਂ ਤੇ ਆ ਸਾਰੀ ਕਣਕ ਤੁਸੀਂ ਪਲਾਟ ਦੇਖ ਸਕਦੇ ਆ, ਇਹ ਸਾਰਾ ਪਲਾਟ ਖੜਾ ਹੋਇਆ। ਬਿਲਕੁਲ ਆ ਆਪਣੇ ਸਾਹਮਣੇ ਬਚੀ ਖੜੀ ਆ ਜੀ। ਜਿਹੜਾ ਉੱਤੇ ਪਰਾਲੀ ਡਿੱਗਦੀ ਆ ਉਹ ਇਕੱਲੇ ਮੀਂਹ ਤੋਂ ਜਾਂ ਹਨੇਰੀ ਤੋਂ ਨਹੀਂ ਬਚਾਉਂਦੀ, ਉਹ ਗਰਮੀ ਤੋਂ ਵੀ ਬਚਾਉਂਦੀ ਹੈ। ਜੇ ਇਹ ਮੀਂਹ ਨਾ ਪੈਂਦਾ ਤਾਂ ਗਰਮੀ ਨੇ ਇਹ ਤੋਂ ਵੱਧ ਨੁਕਸਾਨ ਕਰ ਦੇਣਾ ਸੀਗਾ ਸਾਡਾ ਕਣਕਾਂ ਦਾ। ਪਿਛਲੇ ਸਾਲ 25% ਜਿਹੜਾ ਝਾੜ ਆ ਉਹ ਗਰਮੀ ਨੇ ਘਟਾਤਾ, ਹਾਲਾਂਕਿ ਨਾ ਹਨੇਰੀ ਆਈ ਨਾ ਮੀਂਹ ਆਇਆ। ਸੋ ਇਹ ਤਾਂ ਦੋਨੇ ਹੱਥ ਲੱਡੂ ਹੈ ਇਸ ਟੈਕਨੀਕ ਦੇ ਤੇ ਕਿਸਾਨਾਂ ਨੂੰ ਇਹ ਅਡਾਪਟ ਕਰਨੀ ਚਾਹੀਦੀ ਹੈ। ਬੜੇ ਸਾਰਿਆਂ ਦੇ ਸਾਹਮਣੇ ਹੈ, ਹੋਰ ਖੇਤ ਡਿੱਗੇ ਹੋਏ ਨੇ ਤੇ ਇਹਦੇ ਵਿੱਚ ਨਹੀਂ 5 ਏਕੜਿਆਂ ਦਾ ਇਹ ਪਲਾਟ ਹੈਗਾ ਤੇ ਇਹਦੇ ਵਿੱਚ ਕੋਈ ਕਣਕ ਨਹੀਂ ਡਿੱਗੀ। ਸੋ ਇਹਨਾਂ ਨੇ 16 ਨਵੰਬਰ ਨੂੰ ਬੀਜੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਪਾਣੀ ਵੀ 2 ਘੱਟ ਲਾਏ, 2 ਹੀ ਪਾਣੀ ਲੱਗੇ। ਹੁਣ ਤਾਂ ਆਮ ਕਰਕੇ ਹੁਣ ਤੱਕ ਨੂੰ ਕਣਕ ਨੂੰ 4 ਜਾਂ 5 ਪਾਣੀ ਲੱਗ ਜਾਂਦੇ ਆ ਤੇ ਇਹ ਦੱਸਦੇ ਨੇ ਕਿ ਇੱਕ ਹਫ਼ਤੇ ਦੇ ਵਿੱਚ ਇਹ ਦਿਸਣ ਲੱਗ ਗਈ ਸੀ, ਉੱਗ ਗਈ ਸੀ। ਕੋਈ ਨਦੀਨਨਾਸ਼ਕ ਇਹਨਾਂ ਨੇ ਨਹੀਂ ਵਰਤਿਆ, ਕੋਈ ਹੋਰ ਸਪਰੇ ਨਹੀਂ ਵਰਤੀ, ਤੇਲੇ ਤੇ ਕੁਝ ਨਹੀਂ ਵਰਤਿਆ ਤੇ ਇੱਕ ਤਾਂ ਪਾਣੀ ਸਾਡਾ ਬਚਦਾ ਇਹਦੇ ਨਾਲ। ਸੋ ਅਜਿਹੀਆਂ ਉਦਾਹਰਨਾਂ ਵੀ ਨੇ ਚੀਮਾ ਸਾਹਿਬ। ਦਾਅਵਾ ਕੀਤਾ ਜਾ ਰਿਹਾ ਕਿ ਇਸ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਸੀ, ਪਰਾਲੀ ਦੇ ਵਿੱਚ ਹੀ ਇਹਨਾਂ ਨੇ ਜਿਹੜੀ ਇਹ ਕਣਕ ਬੀਜੀ ਹੈ ਤੇ ਉਹਨਾਂ ਦਾ ਬਚਾਅ ਹੋਇਆ। ਚਲੋ ਇਸ ਬਾਰੇ ਵੀ ਥੋੜਾ ਦੱਸ ਦਿਓ। ਨਾਲ ਹੀ ਮੈਂ ਉਸ ਗੱਲ ਤੇ ਜ਼ਰੂਰ ਆਉਣਾ ਚਾਹੁੰਦਾ, ਉਹ ਸਵਾਲ ਇੱਕ ਵੱਡਾ ਜ਼ਰੂਰ ਹੈਗਾ ਕਿ ਕਿਉਂ ਨਹੀਂ ਕਰੌਪ ਦੀ ਇੰਸ਼ੋਰੈਂਸ ਹੁੰਦੀ। ਹਰ ਛੋਟੀ ਵੱਡੀ ਚੀਜ਼ ਦੀ ਅਸੀਂ ਇੰਸ਼ੋਰੈਂਸ ਕਰਦੇ ਹਾਂ, ਜਿਹੜੀ ਚੀਜ਼ ਨਿਰਭਰ ਹੀ ਕੁਦਰਤ ਤੇ ਕਰ ਰਹੀ ਹੈ, ਜਿਹਦਾ ਐਡਾ ਵੱਡਾ ਰਿਸਕ ਰਹਿੰਦਾ ਕਿ ਪਤਾ ਨਹੀਂ ਹੋਏਗੀ ਨਹੀਂ ਹੋਏਗੀ, ਉਹ ਆਪਾਂ ਇੰਸ਼ੋਰਡ ਹੀ ਨਹੀਂ ਕਰਾਉਂਦੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇਹ ਮੁੱਦਾ ਸੀ ਜ਼ੋਰਾਂ ਸ਼ੋਰਾਂ ਨਾਲ ਚੱਕਿਆ ਸੀ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਾਈਚਾਰੇ ਵੱਲੋਂ ਵੀ ਇਹਦਾ ਵਿਰੋਧ ਕੀਤਾ ਗਿਆ ਕਿਉਂਕਿ ਪਾਲਿਸੀਜ਼ ਇੱਦਾਂ ਦੀਆਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਬਹੁਤ ਚੰਗੀ ਗੱਲ ਹੈ ਜਿਹੜਾ ਤੁਸੀਂ ਇਹ ਦੁਬਾਰਾ ਇਸ ਮੁੱਦੇ ਨੂੰ ਚੁੱਕਿਆ। ਮੈਂ ਸਾਡੇ ਬਹੁਤ ਸਤਿਕਾਰਯੋਗ ਨੇ ਕੌਂਸਲ ਸਾਹਿਬ ਜੀ, ਜੋ ਵਾਈਸ ਚਾਂਸਲਰ ਉਸ ਜਗ੍ਹਾ ਤੇ ਖੜੇ ਸੀਗੇ ਤੇ ਉਹ ਦੱਸ ਰਹੇ ਸੀਗੇ। ਮੈਂ ਇਹ ਸਰਕਾਰਾਂ ਨੂੰ ਤੇ ਐਸਟੈਬਲਿਸ਼ਮੈਂਟ ਨੂੰ ਤੇ ਕਿਸਾਨਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਜਦੋਂ ਨਾਰਮਲ ਹਾਲਾਤ ਹੁੰਦੇ ਨੇ ਉਦੋਂ ਤੇ ਇਹਨਾਂ ਦੀ ਕੋਈ ਸੁਣਦਾ ਨਹੀਂ, ਉਦੋਂ ਤੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ। ਇਹ ਵਿਚਾਰੇ ਆਪਣੀਆਂ ਤਨਖਾਹਾਂ ਲੈਣ ਲਈ ਪਿਛਲੇ 26 27 28 ਹਰ ਮਹੀਨੇ ਨੂੰ ਇੱਥੇ ਸੈਕਟਰੀਏਟ ਦੇ ਚੱਕਰ ਮਾਰ ਥੱਕ ਜਾਂਦੇ ਨੇ। ਇਹਨਾਂ ਨੂੰ ਤਨਖਾਹਾਂ ਤੇ ਹੁੰਦੀਆਂ ਨਹੀਂ ਗੀਆਂ। ਸਾਰੇ ਜਹਾਨ ਨੂੰ 7ਵਾਂ ਤਨਖਾਹ ਕਮਿਸ਼ਨ ਦੇਤਾ, ਇਹ ਵਿਚਾਰੇ ਸੜਕਾਂ ਦੇ ਸੜਕਾਂ ਧੁੱਪਾਂ 'ਤੇ ਬੈਠੇ ਸੀਗੇ ਸਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀ। ਇਹ ਕੀ ਜਾ ਕੇ ਕਿਸੇ ਨੂੰ ਕੁਝ ਕਹਿਣਗੇ? ਇਹ ਤੇ ਹੋ ਗਈ ਇੱਕ ਗੱਲ। ਦੂਸਰੀ ਗੱਲ ਜਿਹੜੀ ਇਹ ਆ, ਹੁਣ ਕੁਝ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪਟਵਾਰੀ ਸਾਨੂੰ ਲੱਭਦੇ ਨਹੀਂ ਪਏ। ਪਹਿਲਾਂ ਤਾਂ ਇਹ ਚੈੱਕ ਕਰ ਲਓ ਵੀ ਹੈ ਕਿੰਨੀ ਗਿਣਤੀ ਪਟਵਾਰੀਆਂ ਦੀ। ਹਰ ਪਿੰਡ ਮੁਤਾਬਕ ਪਟਵਾਰੀ ਹੈਗਾ ਨਹੀਂ ਹੈ। ਤੁਹਾਨੂੰ ਤੇ ਪਟਵਾਰੀ ਨਹੀਂ ਪੂਰੇ ਲੱਭਣੇ। 12,500 ਪਿੰਡਾਂ ਦੀ ਗਰਦੌਰੀ ਕਰਨ ਲਈ ਤੁਹਾਨੂੰ ਹੋਰ ਨਾਲ ਸਪੋਰਟ ਲੈਣੀ ਪੈਣੀ ਹੈ। ਉਦੋਂ ਅਸੀਂ ਫਿਰ ਰਿਮੋਟ ਸੈਂਸਿੰਗ ਜਾਂ ਜੋ ਸੈਂਟਰਲਾਈਟ ਚੜ੍ਹੇ ਨੇ ਉਹਨੂੰ ਨਹੀਂ ਪੁੱਛਣਾ। ਹੁਣ ਆ ਗਈ ਤੀਸਰੀ ਗੱਲ, ਇਹ ਵੀ ਪਤਾ ਕਰ ਲਓ ਵੀ ਜਿਹੜਾ ਖੇਤੀਬਾੜੀ ਮਹਿਕਮਾ ਹੈ ਇਹਦੀ ਕਿੰਨੀ ਕੁ ਪਰਸੈਂਟੇਜ ਹੈਗੀ ਹੈ, ਕਿੰਨੇ ਕੁ ਇਹਦੇ ਵਿੱਚ ਮੁਲਾਜ਼ਮ ਹੈਗੇ ਨੇ। ਉਹਨੇ ਮੁਲਾਜ਼ਮ ਹੈਗੇ ਨੇ ਕਿ ਆਪਣੇ ਦਫ਼ਤਰ ਦੇ ਵਿੱਚ ਇੱਕ ਮੁਲਾਜ਼ਮ ਹਾਜ਼ਰੀ ਲਾ ਲਵੇ। ਐਗਰੀਕਲਚਰ ਡਿਵੈਲਪਮੈਂਟ ਅਫਸਰ ਭੱਜੇ ਫਿਰਦੇ ਨੇ ਵਿਚਾਰੇ ਹਾਜ਼ਰੀ ਲਾਉਣ ਲਈ ਵੀ ਮੇਰੀ ਇਹਦੇ ਕੋਲ ਵੀ ਐਡੀਸ਼ਨਲ ਚਾਰਜ ਹੈ, ਇਹਦਾ ਵੀ ਹੈ ਤੇ ਜ਼ਿਲ੍ਹਾ ਪੱਧਰ ਤੇ ਵੀ ਹੈ। ਬਿਲਕੁਲ ਠੀਕ। ਸਾਡੀ ਪੰਜਾਬ ਦੀ ਤਰਾਸਦੀ ਇਹ ਹੈ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਸਾਰੀ ਇਕਨੋਮੀ ਖੇਤੀ ਦੇ ਆਲੇ ਦੁਆਲੇ ਆ ਤੇ ਸਾਡਾ ਜਿਹੜਾ ਨੈਕਸਟ ਇਨ ਲਾਈਨ ਆਫਿਸਰ ਹੋਣਾ ਚਾਹੀਦਾ ਉਹ ਚੀਫ ਸੈਕਟਰੀ ਦੇ ਰੈਂਕ ਦੇ ਬਰਾਬਰ ਹੋਣਾ ਚਾਹੀਦਾ ਕਿ ਜਿਹੜਾ ਉਸ ਚੀਜ਼ ਨੂੰ ਉਹਦੀ ਗ੍ਰੈਵਿਟੀ ਨੂੰ ਸਮਝ ਸਕੇ। ਦੂਸਰੇ ਪਾਸੇ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਉੱਥੇ ਗੱਲ ਪਹੁੰਚ ਹੀ ਨਹੀਂ ਸਕਦੀ ਜਦੋਂ ਅਸੀਂ ਪਹੁੰਚਾਉਣ ਦੇ ਵਿੱਚ ਇੰਟਰਸਟ ਹੀ ਨਹੀਂ ਰੱਖਦੇ। ਕਿੰਨੇ ਕੁ ਪਿਛਲੇ ਡਾਇਰੈਕਟਰ ਐਗਰੀਕਲਚਰ ਆਏ ਨੇ ਜਿਨ੍ਹਾਂ ਨੇ ਬੜਾ ਠੋਕਵੇਂ ਢੰਗ ਨਾਲ ਸਾਡੇ ਪੰਜਾਬ ਦਾ ਮੁੱਦਾ ਉੱਥੇ ਰੱਖਿਆ ਹੋਏਗਾ। ਔਰ ਅੱਜ ਮੈਂ ਬੜੀ ਸ਼ਰਮਸਾਰ ਹੋ ਕੇ ਇਹ ਗੱਲ ਕਹਿ ਰਿਹਾ ਹੈਗਾ ਕਿ ਕੇਂਦਰ ਦੇ ਵਿੱਚ ਇਹੀਆਂ 3 ਮੀਟਿੰਗਾਂ ਦੇ ਵਿੱਚ ਮੈਂ ਉਦੋਂ ਗਵਰਨਿੰਗ ਬਾਡੀ ਦਾ ਮੈਂਬਰ ਸੀਗਾ। ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਸਾਰੀ
ਦੁਨੀਆ ਦੀ ਸਭ ਤੋਂ ਵੱਡੀ ਐਗਰੀਕਲਚਰ ਸੰਸਥਾ ਹੈ। ਪਿਛਲੇ 20 ਸਾਲਾਂ ਤੋਂ ਉੱਥੇ ਮੈਂਬਰ ਹੀ ਕੋਈ ਨਹੀਂ ਸੀਗਾ ਪੰਜਾਬ। ਉਹ ਪ੍ਰਧਾਨ ਮੰਤਰੀ ਜੀ ਦਾ ਮੈਂ ਧੰਨਵਾਦ ਦਊਂਗਾ ਕਿ ਉਹਨਾਂ ਸਾਨੂੰ ਉੱਥੇ ਮੌਕਾ ਦਿੱਤਾ ਜਾਣ ਦਾ। ਔਰ ਹਰ ਵਿਗਿਆਨੀ, ਹਰ ਪ੍ਰੋਗਰੈਸਿਵ ਫਾਰਮਰ ਉੱਥੇ ਇੰਨੇ ਧਿਆਨ ਨਾਲ ਸਾਡੀ ਗੱਲ ਸੁਣ ਰਿਹਾ ਸੀ। ਮੈਂ ਰੌਲਾ ਰੱਪਾ ਪਾ ਕੇ ਪੰਜਾਬ 'ਚੋਂ ਨੁਮਾਇੰਦਗੀ ਭੇਜੀ, ਪੰਜਾਬ ਦਾ ਟੌਪ ਅਫਸਰ ਉੱਥੇ ਆਪਣੀ ਵਾਰੀ ਆਈ ਤੇ 2 ਮਿੰਟ ਬਾਹਰ ਨਿਕਲ ਗਿਆ। ਸਾਡੀ ਗੱਲ ਕਿਹਨੇ ਉੱਥੇ ਦੱਸਣੀ ਸੀ? ਫਿਰ ਇੱਕ ਮਾਣਯੋਗ ਕਿਸਾਨ ਯੂਨੀਅਨ ਦੇ ਨੁਮਾਇੰਦੇ ਸੀਗੇ, ਬੜੇ ਵਧੀਆ ਐਗਜ਼ੈਕਟਿਵ ਪੋਸਟ 'ਤੇ ਸੀਗੇ। 3 ਮਹੀਨੇ ਬਾਅਦ ਦੁਬਾਰਾ ਮੀਟਿੰਗ ਆਈ, ਉਹ ਵੀ ਨਹੀਂ ਉੱਥੇ ਬੋਲੇ, ਉਹ ਵੀ ਨਿਕਲ ਗਏ ਬਾਹਰ। ਕਿੰਨਾ ਕੁ ਵੱਡਾ ਡਰ ਸੀ ਜੀ ਉੱਥੇ। ਤੀਸਰੀ ਗੱਲ, ਸਾਡੇ ਨੁਮਾਇੰਦੇ ਇਵੇਂ ਦੇ ਹੋਣਗੇ ਤੇ ਅਸੀਂ ਕੀ ਉਮੀਦ ਕਰ ਸਕਦੇ? ਤੀਸਰੀ ਗੱਲ, ਮੈਂ ਆਪ ਪ੍ਰੈਕਟੀਕਲ ਫਾਰਮਰ ਆ। ਸਭ ਤੋਂ ਵੱਡਾ ਜਿਹੜਾ ਸਾਡੇ ਮਨ ਦਾ ਗੁੱਸਾ ਤੇ ਦੁੱਖ ਆ, ਕਿਉਂਕਿ ਆਪ ਝੱਲੀਏ ਅਸੀਂ ਇੱਕ ਇੱਕ ਚੀਜ਼ ਦਾ ਹਿਸਾਬ ਤਾਂ ਕਿ ਮੈਂ CACP ਦੇ ਚੇਅਰਮੈਨ ਕੋਲ ਪਹੁੰਚ ਗਿਆ। ਮੈਂ ਕਿਹਾ ਵੀ ਸਾਡੀ ਸਾਰੇ ਜਣਿਆਂ ਦੀ ਗੱਲ ਇੱਕ ਅਲੱਗ ਢੰਗ ਨਾਲ ਸੁਣੋ। ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਬੋਰਡ ਮੈਂਬਰ ਹਾਂ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ GB ਦਾ ਮੈਂਬਰ ਹਾਂ। ਮੇਰੇ ਤੋਂ ਵੱਡਾ ਕੋਈ ਰੈਕੋਗਨਾਈਜ਼ਡ ਇਸ ਵੇਲੇ ਬੰਦਾ ਹੈਗਾ, ਉਹਦੀ ਜ਼ਰੂਰ ਗੱਲ ਸੁਣੋ, ਨਹੀਂ ਤਾਂ ਮੇਰੀ ਤਾਂ ਸੁਣ ਲਓ। ਕਿ ਸਾਨੂੰ MSP ਡਿਸਾਈਡ ਕਰਨ ਲੱਗਿਆ ਸਾਨੂੰ ਪੁੱਛ ਲਓ, ਹਾਈ ਈਲਡ ਵੈਰਾਈਟੀ ਵਧਾਉਣ ਲੱਗਿਆ ਸਾਨੂੰ ਪੁੱਛ ਲਵੋ, ਐਗਰੀਕਲਚਰ ਐਕਸਟੈਂਸ਼ਨ ਲਈ ਸਾਨੂੰ ਕਦੇ ਸਲਾਹ ਹੀ ਲੈ ਲਵੋ। ਤੁਰੇ ਜਾਂਦਿਆਂ ਜਿਹਨਾਂ ਕਹਿੰਦੇ ਲਿਬੜੇ ਭਾਂਡਿਆਂ 'ਚ ਸਾਨੂੰ ਵੀ ਸੁਲਾਹ ਮਾਰ ਲਿਆ ਕਰੋ ਕਦੇ। ਉਹਨਾਂ ਨੇ ਮੈਨੂੰ ਫਾਈਲ ਮੰਗਾ ਕੇ ਕਿਹਾ ਜੀ, ਕਹਿੰਦਾ 3 ਰਿਮਾਈਂਡਰ ਨੇ ਸਟੇਟ ਆਫ ਪੰਜਾਬ ਨੂੰ, ਇਹ ਪੁੱਛ ਲਓ ਇਹਨਾਂ ਨੂੰ ਜਾ ਕੇ ਤੁਸੀਂ। ਸੋ ਇਹ ਸਾਡੀ ਨੁਮਾਇੰਦਗੀ ਹੋ ਰਹੀ ਹੈ ਉੱਥੇ, ਤੇ ਆਪਾਂ ਕਿਸੇ ਨਾਲ ਕੀ ਗੱਲ ਕਰਾਂਗੇ? ਚੀਮਾ ਸਾਹਿਬ, ਤੁਹਾਨੂੰ ਲੱਗਦਾ ਕਿ ਇੰਸ਼ੋਰੈਂਸ ਵਾਲੀ ਗੱਲ ਦੁਬਾਰਾ ਹੋਣੀ ਚਾਹੀਦੀ ਹੈ ਪੰਜਾਬ ਦੇ ਲਈ? ਇਹ ਲਾਹੇਵੰਦ ਹੈ ਜਾਂ ਨੁਕਸਾਨਦਾਇਕ ਹੈ? ਕਿਉਂਕਿ ਜਿੱਥੇ ਤੱਕ ਮੈਨੂੰ ਯਾਦ ਆ ਉੱਥੇ ਤੱਕ ਇਹ ਕਿਹਾ ਗਿਆ ਸੀਗਾ ਕਿ ਜਦੋਂ ਪਿਛਲੀ ਵਾਰ ਇੰਸ਼ੋਰੈਂਸ ਦੀ ਗੱਲ ਆਈ ਸੀ, ਉਹਦੇ ਵਿੱਚ ਕੁਝ ਸ਼ਰਤਾਂ ਇੱਦਾਂ ਦੀਆਂ ਬਣਾ ਦਿੱਤੀਆਂ ਗਈਆਂ ਸੀ ਕਿ ਆਹ ਬਲੌਕ ਹੈ ਜੀ, ਇਹ ਪੂਰਾ ਬਲੌਕ ਜਦੋਂ ਖਰਾਬ ਹੋਏਗਾ ਤਾਂ ਤੁਹਾਨੂੰ ਮੁਆਵਜ਼ਾ ਮਿਲੇਗਾ, ਆ ਇੰਨੇ ਫੀਸਦ ਤੁਹਾਡੀ ਕਣਕ ਖਰਾਬ ਹੋਊਗੀ ਤਾਂ ਤੁਹਾਨੂੰ ਮੁਆਵਜ਼ਾ ਮਿਲੇਗਾ। ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਹੱਥ ਖੜੇ ਕਰ ਦਿੱਤੇ ਸੀ। ਬਹੁਤ ਚੰਗੀ ਗੱਲ ਹੈ ਹਰਪ੍ਰੀਤ ਜੀ, ਤੁਸੀਂ ਇਹ ਮੁੱਦਾ ਸਾਹਮਣੇ ਲੈ ਕੇ ਆਂਦਾ। ਇਹਦੇ ਉੱਤੇ ਸਭ ਤੋਂ ਪਹਿਲੀ ਵਾਰ ਜਦੋਂ ਮੈਂ ਰੌਲਾ ਰੱਪਾ ਪਾਇਆ 2010 ਦੇ ਵਿੱਚ, ਅੱਜ 12 ਸਾਲ ਲੰਘ ਗਏ ਨੇ ਜੀ, ਸਾਡੇ ਕੋਲ 6 ਰਿਮਾਈਂਡਰ ਆਏ। ਇਹ ਗੱਲ ਕੀਤੀ ਗਈ ਵੀ ਤੁਸੀਂ ਐਗਰੀਕਲਚਰ ਇੰਸ਼ੋਰੈਂਸ ਕਿਉਂ ਨਹੀਂ ਕਰਾਉਂਦੇ। ਇਹ ਗੱਲਾਂ ਬਾਅਦ 'ਚ ਆਈਆਂ ਨੇ ਕਵਰ ਅਪ ਲਈ। ਪਹਿਲੀ ਗੱਲ ਇਹ ਕਹਿੰਦੇ ਜੀ ਸਾਨੂੰ ਤਾਂ ਲੋੜ ਹੀ ਨਹੀਂ ਜੀ ਐਗਰੀਕਲਚਰ ਇੰਸ਼ੋਰੈਂਸ ਦੀ, ਸਾਡਾ ਪਿਛਲੇ ਸਾਲ ਨਾਲੋਂ ਤੇ ਵੱਧ ਝਾੜ ਹੋ ਗਿਆ, ਸਾਡੀ ਕਾਹਦਾ ਘਾਟਾ ਹੋਇਆ। ਉਦੋਂ ਸਭ ਤੋਂ ਪਹਿਲੀ ਵਾਰ ਇਹ ਦਖਲ ਦਿੱਤਾ ਗਿਆ, ਪਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਥੱਲੜੇ ਹੇਠਲੇ ਬੰਦੇ ਤੱਕ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਵੀ ਜ਼ਿਲ੍ਹੇ ਦੇ ਵਿੱਚ ਸਾਡੀ ਗਰਮੀ ਦੇ ਨਾਲ ਖਰਾਬ ਹੋ ਗਈ ਹੈ ਕਣਕ, ਤੁਸੀਂ ਕਹੀ ਜਾਂਦੇ ਹੋ ਰਿਕਾਰਡ ਤੋੜੇ। ਹੁਣ ਉਹ ਗੱਲਾਂ ਵੱਖਰੀਆਂ ਨੇ, ਅੱਖੋਂ ਪਰੋਖੇ ਕਰਦੀ ਹੈ ਕਿ ਬਾਕੀ ਸਟੇਟਾਂ ਦਾ ਆ ਕੇ ਤੁਹਾਡੇ ਪੰਜਾਬ ਦੇ ਵਿੱਚੋਂ ਅੰਨ ਤੁਲ ਜਾਂਦਾ ਤੇ MSP ਲੈ ਕੇ ਗਾਂਹ ਜਾਂਦੇ ਨੇ। ਕਿਸੇ ਨੇ ਇਸ ਚੀਜ਼ ਦੀ ਸੋਚਣ ਦੀ ਗੱਲ ਨਹੀਂ ਕੀਤੀ। ਅਲਟੀਮੇਟਲੀ ਕੁਝ 4 ਸਾਥੀਆਂ ਨੂੰ ਨਾਲ ਲੈ ਕੇ, ਕੁਝ MP ਸਾਹਿਬਾਨ ਨੂੰ ਲੈ ਕੇ ਨਾਲ ਪ੍ਰਧਾਨ ਮੰਤਰੀ ਜੀ ਤੱਕ ਪਹੁੰਚ ਕੀਤੀ ਵੀ ਜੀ ਸਾਡੇ ਬੰਦਿਆਂ ਨੇ ਨਹੀਂ ਮੰਨਣਾ, ਸਾਡੇ ਲਈ ਇੱਕ ਪਾਇਲਟ ਪ੍ਰੋਜੈਕਟ ਦੇ ਦਿਓ ਜਿਹਦਾ ਪਹਿਲੀ ਵਾਰ ਤੁਸੀਂ ਖਰਚਾ ਝੱਲੋ। 4 ਸਟੇਟਾਂ ਚੁਣੀਆਂ ਗਈਆਂ, ਉਹਦੇ 'ਚੋਂ ਪੰਜਾਬ ਵੀ ਆਈ। ਸਾਡੇ ਬੰਦਿਆਂ ਨੇ ਪਰਵਾਹ ਹੀ ਨਹੀਂ ਕੀਤੀ ਕਿਸੇ ਚੀਜ਼ ਦੀ। ਗੱਲ ਮੈਂ ਦਾਅਵੇ ਨਾਲ ਕਹਿ ਰਿਹਾ, ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ। ਅੱਜ ਸਰਕਾਰ ਨੂੰ ਚਾਹੀਦਾ ਕਿ ਉਹਦੇ ਉੱਤੇ ਜਿਹੜੇ ਬੰਦੇ ਅੱਜ ਪੈਨਸ਼ਨਾਂ ਲੈ ਕੇ ਵਿਦੇਸ਼ਾਂ 'ਚ ਘੁੰਮ ਰਹੇ ਨੇ, ਆਪਣੀਆਂ ਨੌਕਰੀਆਂ ਪੁਗਾ ਕੇ, ਉਹ ਦੇ ਸ਼ੁੱਡ ਬੀ ਹੈਲਡ ਰਿਸਪੌਂਸੀਬਲ ਕਿ ਤੁਸੀਂ ਕਿਹੜੇ ਡਾਟੇ ਨਾਲ ਕਿਹੜੀ ਗੱਲੋਂ ਕਹਿਤਾ ਕਿ ਸਾਨੂੰ ਐਗਰੀਕਲਚਰ ਇੰਸ਼ੋਰੈਂਸ ਦੀ ਲੋੜ ਨਹੀਂ ਹੈ। ਦੂਜੀ ਗੱਲ ਆ ਗਈ ਕਾਰੋਬਾਰੀਆਂ ਕਰਨਾ ਕਾਰੋਬਾਰ, ਬਿਜ਼ਨਸਮੈਨ ਨੇ ਬਿਜ਼ਨਸ ਕਰਨਾ ਹੈਗਾ, ਉਹਦਾ ਆਪਣਾ ਕੰਮ ਆ। ਹੁਣ ਅੱਜ ਤੁਹਾਨੂੰ ਮੈਂ ਇੱਕ ਨਿੱਕੀ ਜੀ ਗੱਲ ਦੱਸ ਦਿੰਦਾ, ਇਹਨੂੰ ਵਿਖਾ ਕੇ ਤੁਸੀਂ ਬੁਖਾਰ ਵਿਖਾ ਕੇ ਮੌਤ ਨਹੀਂ ਡਰਾ ਸਕਦੇ ਜੀ, ਮੌਤ ਵਿਖਾ ਕੇ ਬੁਖਾਰ ਭਗਾ ਸਕਦੇ ਹੋ ਬੰਦੇ ਦਾ। ਪਿਛਲੇ 5 ਸਾਲਾਂ 'ਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਗਈ 1 ਅਪ੍ਰੈਲ 2016 ਨੂੰ। ਮੈਂ ਉਹਦਾ ਪਹਿਲੇ ਦਿਨ ਵਿਰੋਧ ਕੀਤਾ। ਮੈਂ ਵਿਰੋਧ ਤਾਂ ਕੀਤਾ, ਇੱਕ ਜ਼ਿੰਮੇਵਾਰੀ ਸੀ ਉਸ ਵੇਲੇ। ਮੈਂ ਸੈਕਟਰੀ ਐਗਰੀਕਲਚਰ ਨੂੰ ਬੇਨਤੀ ਕੀਤੀ, ਐਗਰੀਕਲਚਰ ਮਿਨਿਸਟਰ ਨੂੰ ਕਹੀ ਕਿ ਇਹ ਬਹੁਤੀਆਂ ਸਟੇਟਾਂ 'ਚ ਤੁਹਾਡਾ ਗੱਲ ਸਹੀ ਨਹੀਂ ਹੈ, ਕ੍ਰੌਪ ਕਟਿੰਗ ਤੁਹਾਡੀ ਪੋਜੀਸ਼ਨ ਕੋਈ ਨਹੀਂ ਹੈਗੀ। ਕਾਰੋਬਾਰੀਆਂ ਨੇ ਪਹਿਲਾਂ 1909 ਤੋਂ ਲੈ ਕੇ ਤੇ 2010 ਤੱਕ ਦਾ ਖੇਤੀਬਾੜੀ ਵਰਖਾ ਦਾ ਡਾਟਾ ਕੱਢ ਲਿਆ ਵੀ ਜੇ 41 ਦਿਨ ਮੀਂਹ ਨਹੀਂ ਪਿਆ, ਉਹਨਾਂ 45 ਦੀ ਕੰਡੀਸ਼ਨ ਰੱਖਤੀ। ਕ੍ਰੌਪ ਕਟਿੰਗ ਜਿੱਥੇ ਹੋਈ ਨਹੀਂ ਕਹਿੰਦੇ ਜੀ ਉੱਥੇ ਅਸੀਂ ਦੇਣਾ ਨਹੀਂ, ਮਤਲਬ ਵੀ ਇੱਕ ਪੈਚ 'ਚ ਕਿੰਨੀ ਫਸਲ ਨਿਕਲੀ, ਕਿਹਦੇ ਹਿਸਾਬ ਨਾਲ ਤੁਹਾਨੂੰ ਮੁਆਵਜ਼ਾ ਦਿੱਤਾ ਜਾਵੇ। ਤੀਜੀ ਗੱਲ, ਸਾਰੇ ਜ਼ਿਲ੍ਹੇ 'ਚ ਇੱਕ ਬਲਾਕ 'ਚ ਇੱਕ ਦਿਨ ਮੀਂਹ ਪੈ ਗਿਆ, 41 ਦਿਨਾਂ 'ਚ ਅਸੀਂ ਨਹੀਂ ਦੇਣਾ। ਇੱਕ ਐਸੀ ਪ੍ਰਾਈਵੇਟ ਕੰਪਨੀ ਆਈ, ਸ਼ਰਤਾਂ ਐਵੇਂ ਦੀਆਂ ਰੱਖੀਆਂ, ਸ਼ਰਤਾਂ ਜਦੋਂ ਅਸੀਂ ਪੈਸੇ ਦੇ ਰਹੇ ਹਾਂ, ਅਸੀਂ ਸ਼ਰਤਾਂ ਮਨਾਉਣਾ ਸਾਡਾ ਕੰਮ ਆ ਕਿ ਕਾਰੋਬਾਰੀ ਦਾ ਕੰਮ ਆ। ਅੱਜ 1,69,000 ਕਰੋੜ ਆਫੀਸ਼ੀਅਲ ਡਾਟਾ ਮੈਂ ਸ਼ੇਅਰ ਕਰ ਰਿਹਾ ਤੁਹਾਡੇ ਨਾਲ। ਕੰਪਨੀਆਂ ਨੇ 18 ਐਗਰੀ ਇੰਸ਼ੋਰੈਂਸ ਕੰਪਨੀਆਂ ਨੇ ਜਿਨ੍ਹਾਂ ਨੇ ਪਿਛਲੇ 5 ਸਾਲਾਂ 'ਚ ਇਹ ਪ੍ਰੀਮੀਅਮ ਲਿਆ।
ਕਿੰਨਾ ਲਿਆ ਦੁਬਾਰਾ ਦੱਸਿਓ? 1,69,000 ਕਰੋੜ, ਕੁਛ ਅੱਗੇ ਸੈਂਕੜਿਆਂ ਦੇ ਵਿੱਚ ਵੱਖਰੇ ਹੈਗੇ ਨੇ। ਮੋਟੇ ਤੌਰ ਤੇ ਥੰਬ ਰੂਲ ਦੀ ਗੱਲ ਕਰਦਾ ਮੈਂ। ਟੋਟਲ ਮੁਆਵਜ਼ਾ ਕਿੰਨਾ ਦਿੱਤਾ? 1,19,000 ਕਰੋੜ। ਉਹ ਕਿਹੜੀਆਂ ਸਟੇਟਾਂ ਉਹਦੇ 'ਚ ਨਹੀਂ ਮੈਂ ਜਾਂਦਾ ਹਲੇ। 40,000 ਕਰੋੜ ਦਾ ਇੱਕ ਖਾ ਗਏ। ਸੋਸ਼ਲ ਵੈਲਫੇਅਰ ਸਟੇਟ ਦੇ ਹੁੰਦਿਆਂ 40,000 ਕਰੋੜ ਪ੍ਰੋਫਿਟ ਬਣਾ ਕੇ ਕੰਪਨੀਆਂ ਗਾਂਹ ਹੋਈਆਂ। ਸਰਕਾਰਾਂ ਕੀ ਦੇਖ ਰਹੀਆਂ ਨੇ? ਠੀਕ ਹੈ, ਇੱਕ ਮਿੰਟ ਆਇਆ ਮੈਂ ਰਾਏ ਸਾਹਿਬ ਤੋਂ ਵੀ ਰਾਏ ਲੈ ਲੈਂਦੇ। ਹਾਂਜੀ ਰਾਏ ਸਾਹਿਬ, ਤੁਹਾਡੀ ਇੰਸ਼ੋਰੈਂਸ ਨੂੰ ਲੈ ਕੇ ਕੀ ਰਾਏ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਭਾਈਚਾਰੇ ਦੀਆਂ ਫਸਲਾਂ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ? ਕਿਉਂਕਿ ਪਿੱਛੇ ਜਦੋਂ ਗੱਲ ਚੱਲੀ ਸੀ, ਜੇ ਮੈਂ ਗਲਤ ਨਹੀਂ ਹਾਂ ਤਾਂ ਰਿਲਾਇੰਸ ਕੰਪਨੀ ਨੇ ਸ਼ਾਇਦ ਇੰਸ਼ੋਰੈਂਸ ਦੇ ਹੁੰਗਾਰਾ ਭਰਿਆ ਸੀਗਾ, ਉਦੋਂ ਕਿਸਾਨ ਭਾਈਚਾਰੇ ਨੇ ਇਸ ਦਾ ਵਿਰੋਧ ਕੀਤਾ ਸੀ। ਦੇਖੋ ਵਿਰੋਧ ਇਸੇ ਗੱਲ ਦਾ ਸੀ ਜਿਹੜੀ ਚੀਮਾ ਸਾਹਿਬ ਨੇ ਗੱਲ ਕਹੀ ਹੈ। ਉਹ ਉਹਨੇ ਕਈ ਤਰ੍ਹਾਂ ਦੀਆਂ ਸਲੈਬਾਂ ਬਣਾਤੀਆਂ, ਫਿਰ ਉਹ ਪ੍ਰੀਮੀਅਮ ਲੈ ਕੇ ਇਕੱਠਾ ਕਰਕੇ ਭੱਜ ਗਏ। ਸਾਡੀ ਅੱਜ ਵੀ ਡਿਮਾਂਡ ਹੈ ਵੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਪਰ ਉਹਦਾ ਪ੍ਰੀਮੀਅਮ ਕਿਸਾਨ ਦੇ ਕੋਲੋਂ ਨਹੀਂ ਭਰਿਆ ਜਾਣਾ। ਸਰਕਾਰ ਪ੍ਰੀਮੀਅਮ ਭਰੇ। ਜਦੋਂ ਕਿਸਾਨ ਨੂੰ ਲੱਗੇਗਾ ਮੈਨੂੰ ਇਹਦਾ ਫਾਇਦਾ ਹੋਣ ਲੱਗ ਪਿਆ, ਕਿਸਾਨ ਆਪ ਆਖੇਗਾ ਫਿਰ। ਸੋ ਇਹ ਬਿਲਕੁਲ ਜਿਹੜੀ ਗੱਲ ਚੀਮਾ ਸਾਹਿਬ ਨੇ ਕਹੀ ਆ, ਮੈਂ ਉਹਦੇ ਨਾਲ ਬਿਲਕੁਲ 100% ਸਹਿਮਤ ਆ। ਇੰਸ਼ੋਰੈਂਸ ਹੋਣੀ ਚਾਹੀਦੀ ਆ, ਪਰ ਉਹਦਾ ਜਿਹੜਾ ਪਹਿਲਾ ਸ਼ੁਰੂਆਤੀ ਪ੍ਰੀਮੀਅਮ ਹੈ ਪਹਿਲਾਂ ਉਹ ਸਰਕਾਰ ਦੇਵੇ। ਜਦੋਂ ਕਿਸਾਨ ਦੇ ਪੱਲੇ ਕੁਝ ਪੈਣ ਲੱਗ ਪਿਆ, ਕਿਸਾਨ ਆਪ ਚਾਹੇਗਾ ਵੀ ਮੈਂ ਇਹਦਾ, ਤੁਸੀਂ ਵੇਖੋ ਹੈਲਥ ਇੰਸ਼ੋਰੈਂਸ ਹੁੰਦੀ ਹੈ ਤੇ ਇਹ ਵੀ ਕਿਸਾਨਾਂ ਦੀ ਜਾਂ ਹੋਰ ਆਮ ਲੋਕਾਂ ਦੀ, ਉਹ ਲੋਕ ਲੱਗ ਪਏ ਨਾ ਹੌਲੀ ਹੌਲੀ ਕਰਾਉਣ, ਪਤਾ ਲੱਗਣ ਲੱਗ ਪਿਆ। ਪਹਿਲਾਂ ਲੋਕ ਡਰਿਆ ਕਰਦੇ ਸੀ ਵੀ ਲੱਭਣਾ ਕੱਖ ਨਹੀਂ। ਇਸੇ ਤਰੀਕੇ ਦੇ ਨਾਲ ਇਹਦਾ ਪ੍ਰੀਮੀਅਮ ਜਿਹੜਾ ਕਿਸਾਨ ਭਰਨ ਯੋਗ ਨਹੀਂ ਹੈਗਾ, ਇਹ ਸਰਕਾਰ ਭਰੇ ਤੇ ਫਿਰ ਜਦੋਂ ਕਿਸਾਨ ਨੂੰ ਉਹਦਾ ਮੁਨਾਫਾ ਨਜ਼ਰ ਆਊਗਾ, ਵੀ ਮੁਨਾਫਾ ਦਾ ਕੀ ਮਤਲਬ, ਉਹਨੂੰ ਲੱਗੂਗਾ ਕਿ ਮੇਰਾ ਜਿਹੜਾ ਮੈਨੂੰ ਮੇਰਾ ਮਿਲ ਗਿਆ, ਮੁੜ ਕੇ ਮੈਨੂੰ ਸਪੋਰਟ ਮਿਲ ਗਈ, ਮੈਂ ਸਿਕਿਉਰ ਹੋ ਗਿਆ, ਫਿਰ ਕਿਸਾਨ ਆਪ ਹੀ ਸ਼ੁਰੂ ਕਰ ਦੇਗਾ। ਚੀਮਾ ਸਾਹਿਬ ਦੀ ਗੱਲ ਨਾਲ ਮੈਂ 100% ਸਹਿਮਤ ਹਾਂ ਜੀ। ਬਿਲਕੁਲ ਠੀਕ ਹੈ। ਔਰ ਨਾਲ ਹੀ ਅਸੀਂ ਆਪਣੇ ਵੱਲੋਂ ਵੀ ਹੁੰਦੇ ਸਰਦੇ ਵਾਲੇ ਜਿਹੜੇ ਜ਼ਮੀਂਦਾਰ ਨੇ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਜੋ ਜਿਨ੍ਹਾਂ ਨੇ ਆਪਣੀ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਆ, ਥੋੜਾ ਜਿਹਾ ਰਹਿਮ ਉਹਨਾਂ ਤੇ ਜ਼ਰੂਰ ਕੀਤਾ ਜਾਵੇ। NRI ਭਰਾਵਾਂ ਨੂੰ ਵੀ ਅਸੀਂ ਅਪੀਲ ਕਰ ਸਕਦੇ ਹਾਂ ਕਿ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ, ਤੁਹਾਨੂੰ ਵੀ ਪਤਾ ਹੈ ਕਿ ਗਿਰਦਾਵਰੀਆਂ ਕਦੋਂ ਹੋਣਗੀਆਂ, ਮੁਆਵਜ਼ੇ ਦੇ ਵਿੱਚੋਂ ਕਿੰਨਾ ਕੁਝ ਇਹਨਾਂ ਨੂੰ ਲੱਭੇਗਾ। ਸੋ ਥੋੜਾ ਜਿਹਾ ਜੇ ਸਹਿਯੋਗ ਕੀਤਾ ਜਾਵੇ ਤਾਂ ਉਹ ਲੋਕ ਬਚ ਸਕਦੇ ਨੇ, ਉਹ ਕਿਸਾਨ ਵਿਚਾਰੇ ਬਚ ਸਕਦੇ ਨੇ ਜਿਹੜੇ ਠੇਕੇ ਤੇ ਲੈ ਕੇ ਜ਼ਮੀਨਾਂ ਜਿਹੜੇ ਵੰਦ ਨੇ। ਮੇਰੇ ਕੋਲ ਸਮਾਂ ਘੱਟ ਹੈ ਚੀਮਾ ਸਾਹਿਬ, 30 ਸੈਕਿੰਡ ਨਾ ਆਖਿਰ ਦੇ ਮੈਂ ਦੋ ਚੀਜ਼ਾਂ ਕਹਿਣੀਆਂ ਚਾਹੂੰਗਾ ਜੀ। ਖੇਤੀ ਪ੍ਰਧਾਨ ਸੂਬਾ ਸੀਗਾ, ਸਾਡੀ ਹਮੇਸ਼ਾ ਸਾਰੀ ਸਿਆਸੀ ਬੰਦਿਆਂ ਦੀ ਲੜਾਈ ਰਹੀ ਹੈ ਕਿ ਸਾਡਾ ਖੇਤੀਬਾੜੀ ਮੰਤਰੀ ਚਾਹੀਦਾ। ਕਿਸੇ ਬੰਦੇ ਨੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਗ੍ਰੇਨ ਫੈਕਟਰੀ ਆ, ਅਸੀਂ ਕਾਰਖਾਨੇ ਲਾਏ, ਅੰਨ ਪੈਦਾ ਕਰੀ ਜਾ ਰਹੇ, ਸਾਨੂੰ ਉਹਦਾ ਬਣਦਾ ਮੁੱਲ ਤੇ ਦਿਓ। ਸਾਨੂੰ ਫੂਡ ਮਿਨਿਸਟਰ ਚਾਹੀਦਾ ਜਿਹੜਾ ਫੂਡ ਡਿਸਾਈਡ ਕਰੇਗਾ। ਹੁਣ ਵੀ ਜਦੋਂ CACP ਦਾ ਰਿਕਮੈਂਡੇਸ਼ਨ ਜਾਂਦੀ ਹੈ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰ, ਉਹਦੇ 'ਚ ਕਦੇ ਪੰਜਾਬ ਦਾ ਨੁਮਾਇੰਦਾ ਹੀ ਨਹੀਂ ਬੈਠਾ ਕਦੇ। ਉਹਨਾਂ ਨੇ ਡਿਸਾਈਡ ਕਰਨਾ ਕਿ ਅਸੀਂ ਕਿਸ ਭਾਅ ਤੇ MSP ਤੇ ਚੁੱਕਣਾ। CACP ਨੇ ਤੇ ਸਿਰਫ ਇੱਕ ਰਿਕਮੈਂਡ ਕਰਨਾ, ਕੇਂਦਰ ਸਰਕਾਰ ਵਧਾ ਸਕਦੀ ਹੈ, ਘਟਾ ਸਕਦੀ ਹੈ। ਜਦੋਂ ਸਾਡੀ ਉੱਥੇ ਗੱਲ ਹੀ ਨਹੀਂ ਪਹੁੰਚਣੀ, ਅਸੀਂ ਉੱਥੇ ਕੀ ਕਰ ਲੈਣਾ। ਦੂਜੀ ਗੱਲ ਇਹ ਹੈ ਕਿ ਲੌਂਗ ਟਰਮ ਪੰਜਾਬ ਦੀ ਪਾਲਿਸੀ ਦੀ ਲੋੜ ਸੀਗੀ। 62% ਹੱਲੇ ਵੀ ਰੂਰਲ ਏਰੀਆ ਦੇ ਵਿੱਚ ਲੋਕ ਰਹਿੰਦੇ ਨੇ। ਆ ਜਿਹੜੇ ਟਵਿੱਟਰ ਤੇ ਵੱਡੇ ਬਹੁਤ ਲਿਖੇ ਪੜ੍ਹੇ ਗੰਦੇ ਨੇ, ਉਹ ਗਿਆਨ ਵੰਡੀ ਤੁਰੀ ਜਾਂਦੇ ਨੇ। ਅੱਜ ਕਿਸਾਨੀ ਦਾ ਪਤਾ ਲੱਗ ਜੂ। ਅੱਜ ਮੈਂ ਤੁਹਾਨੂੰ ਜਿਹੜੀ ਬਹੁਤ ਖਤਰਨਾਕ ਟ੍ਰੈਂਡ ਮਰਜ ਹੋ ਰਿਹਾ ਮੈਂ ਉਹਦੀ ਗੱਲ ਕਰਨੀ ਚਾਹੁੰਦਾ। ਅੱਜ ਐਡਵਾਂਸ ਬੁਕਿੰਗ ਹੋਣ ਲੱਗ ਪਈਆਂ ਨੇ ਦੁਨੀਆ ਦੇ ਵਿੱਚ ਕਣਕ ਦੀਆਂ, ਆਸਟ੍ਰੇਲੀਆ ਤੋਂ, ਰਸ਼ੀਆ ਤੋਂ, ਚਾਈਨਾ ਤੋਂ। ਇਹ ਨਾ ਹੋ ਜਾਵੇ ਕਿਤੇ ਪੰਜਾਬ ਦੇ ਨਾਲ ਕਿ ਇਹਨਾਂ ਦਾ ਘਾਟ ਆ ਜਾਣੀ ਹੈ ਕਣਕ ਤੇ। ਜਿਹੜੀ ਉਹਨਾਂ ਦੀ FOR ਪ੍ਰਾਈਸ ਹੈ ਨਾ ਪੰਜਾਬ ਦੇ ਵਿੱਚ, ਸਾਡੀ ਕਿਸੇ ਨੇ ਪਬਲਿਕ ਡਿਸਟ੍ਰੀਬਿਊਸ਼ਨ ਲਈ ਹੀ ਕਣਕ ਖਰੀਦਣੀ ਹੁੰਦੀ ਹੈ ਤੇ ਜੇ ਉਹਦੇ ਲਈ ਬਾਹਰਲੀਆਂ ਕੰਪਨੀਆਂ ਨੇ ਆ ਕੇ ਬਿਡ ਕਰਕੇ ਸਾਡੇ MSP ਤੋਂ ਥੱਲੇ 5 ਸਾਲ 4 ਸਾਲ ਦੇ ਉਹਨਾਂ ਐਡਵਾਂਸ ਐਗਰੀਮੈਂਟ ਕਰ ਲਏ, ਪੰਜਾਬ ਦੀ ਕਿਸਾਨੀ ਕਿੱਥੇ ਜਾਊਗੀ? ਉਹੀ ਜਿਹਨੇ 75% ਕੇਂਦਰੀ ਫੂਡ ਭੰਡਾਰਨ ਦੇ ਵਿੱਚ ਯੋਗਦਾਨ ਪਾਇਆ। ਅੱਜ ਇਹ ਵੀ ਧਿਆਨ ਵੇਖਣ ਦੀ ਲੋੜ ਹੈ, ਇਹ ਨਾ ਹੋਵੇ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਹੋ ਜਾਵੇ। ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਤੁਹਾਡਾ ਵੀ, ਬਹੁਤ ਬਹੁਤ ਧੰਨਵਾਦ ਰਾਏ ਸਾਹਿਬ ਤੁਹਾਡਾ ਵੀ। ਸੋ ਸਥਿਤੀ ਬਹੁਤ ਗੰਭੀਰ ਹੈ। ਅਸੀਂ ਹਰ ਵਾਰ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਵੀ ਧਿਰ ਪਿਸਰੀ ਹੋਵੇ, ਜਿਹੜੀ ਵੀ ਧਿਰ ਦੀ ਗੱਲ ਹੈ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣੀ ਹੋਵੇ, ਅਸੀਂ ਆਪਣਾ ਫਰਜ਼ ਸਮਝਦੇ ਹਾਂ। ਇਸੇ ਕਰਕੇ ਸਾਰੇ ਮੁੱਦਿਆਂ ਨੂੰ ਛੱਡ ਕੇ ਇਹ ਮੁੱਦਾ ਬਹੁਤ ਗੰਭੀਰ ਮੁੱਦਾ, ਹਰ ਆਮ ਖਾਸ ਦੇ ਨਾਲ ਜੁੜਿਆ ਹੋਇਆ ਮੁੱਦਾ। ਇਹ ਮਤ ਸੋਚੋ ਕਿ ਮੈਂ ਕਿਹੜਾ ਕਿਸਾਨੀ ਨਾਲ ਸੰਬੰਧ ਰੱਖਦਾ, ਮੇਰਾ ਕਿਹੜਾ ਕੋਈ ਲੈਣਾ ਦੇਣਾ, ਮੈਂ ਤਾਂ ਜਾ ਕੇ ਚੱਕੀ 'ਚੋਂ ਆਟਾ ਲੈ ਹੀ ਆਣਾ, ਮੈਂ ਜਾ ਕੇ ਸਟੋਰ ਦੇ ਵਿੱਚੋਂ ਥੈਲੀ ਚੁੱਕ ਹੀ ਲੈਣੀ ਹੈ। ਜੇ ਸਟੋਰਾਂ ਦੇ ਵਿੱਚ ਆਟਾ ਨਹੀਂ ਪਹੁੰਚੇਗਾ, ਜੇ ਚੱਕੀਆਂ ਤੇ ਕਣਕ ਨਹੀਂ ਪਹੁੰਚੇਗੀ ਤਾਂ ਯਕੀਨ ਮੰਨੋ ਤੁਹਾਡੇ ਘਰਾਂ ਦੇ ਪੀਪੇ ਵੀ ਖਾਲੀ ਹੋ ਜਾਣੇ ਨੇ। ਇਸ ਕਰਕੇ ਇਹ ਗੰਭੀਰ ਵਿਸ਼ਾ ਸਰਕਾਰ ਨੂੰ ਸੋਚਣਾ ਪੈਣਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।